ਦਾਨੀ ਇੱਕ ਗਰੀਬ ਘਰ ਦੇ ਘਰੇ ਜਨਮ ਸੀ। ਅੱਛਾ ਜੀ। ਜਦੋਂ ਗਰੀਬ ਘਰ ਦੇ ਘਰੇ ਜਨਮ ਸੀਗਾ ਤੇ ਉਹਦੀ ਮਾਂ ਪੀਰ ਨੂੰ ਮੰਨਦੀ ਹੁੰਦੀ ਸੀ। ਪੀਰ ਨੂੰ 11ਵੇਂ ਵਾਲੇ ਨੂੰ ਮੰਨਦੀ ਹੁੰਦੀ ਸੀ ਤੇ ਉਹ ਨਾਲ ਮਤਲਬ ਸੇਵਾ ਲਾਗੀ ਕਰਨ ਨਾਲ ਹੀ ਮਤਲਬ ਉਹ ਮਤਲਬ ਚਿਰਾਗ ਜਦੋਂ ਮੱਥਾ ਟੇਕਿਆ ਕਰੇ ਮੱਥਾ ਟੇਕ ਦਿਆ ਕਰੇ। ਚੱਲਦੇ ਚੱਲਦੇ ਭਾਈ ਜਦੋਂ ਵਰ ਪ੍ਰਾਪਤ ਹੋਈ ਤਾਂ ਦਾਨੀ ਦਾ ਮਤਲਬ ਸ਼ਗਨ ਪਾਉਣ ਗਏ। ਸ਼ਗਨ ਕੂਕਿਆਂ ਦੇ ਪੈ ਗਿਆ। ਜਦੋਂ ਕੂਕਿਆਂ ਦੇ ਪੈ ਗਿਆ ਤਾਂ ਦਾਨੀ ਫਿਕਰ ਕਰਿਆ ਕਰੇ ਵੀ ਓਹੋ ਮੈਂ ਚਿਰਾਗ ਕਰਦੀ ਐ ਤੇ ਮੈਨੂੰ ਕੂਕਿਆਂ ਦੇ ਮੰਗਤਾ ਤੇ ਇਹ ਤਾਂ ਮਾੜੀ ਗੱਲ ਹੋ ਗਈ ਵੀ ਮੈਨੂੰ ਕਿਸੇ ਨੇ ਪੂਜਾ ਨਹੀਂ ਕਰਨ ਦੇਣੀ। ਪੀਰ ਨੂੰ ਹਨੋਰੇ ਮਾਰਿਆ ਕਲੇ। ਉਹਦੀ ਭਰਜਾਈ ਕਹਿੰਦੀ ਵੀ ਤੈਨੂੰ ਹੋ ਕੀ ਗਿਆ, ਤੂੰ ਹੀ ਮਤਲਬ ਜਿਉਂ ਤੈਨੂੰ ਮੰਗਿਆ ਤੇਰਾ ਚਿਹਰਾ ਮਰਾਇਆ ਰਹਿੰਦਾ, ਉਦਾਸ ਰਹਿਨੀ ਹੈ, ਕਾਰਨ ਦੱਸ ਕੀ ਹੈ। ਉਹ ਕਹਿੰਦੀ ਭਾਬੀ ਕੁਛ ਨਹੀਂ। ਮਤਲਬ ਗੱਲ ਕਰੀ, ਫੇਰ ਗੱਲ ਉਹਦੀ ਮਾਂ ਕੋਲੇ ਕਰੀ, ਮਾਂ ਜੀ ਵੀ ਇਹਨੂੰ ਹੋ ਕੀ ਗਿਆ, ਵੀ ਇਹਨੂੰ ਮਤਲਬ ਪੁੱਛ ਤਾਂ ਸਹੀ। ਮਾਂ ਨੇ ਪੁੱਛਿਆ ਵੀ ਪੁੱਤ ਤੈਨੂੰ ਹੋ ਕੀ ਗਿਆ। ਕਹਿੰਦੀ ਕੁਛ ਨਹੀਂ ਮਾਂ, ਉਹਨੂੰ ਵੀ ਨਾ ਦੱਸਿਆ। ਇੱਕ ਦਿਨ ਦੋਨੇ ਨਨਾਣ ਭਰਜਾਈ ਬਾਹਰ ਗਈਆਂ ਤਾਂ ਉਹਨੇ ਬਹਾਨੇ ਨਾਲ ਪੁੱਛਿਆ ਵੀ ਮੈਨੂੰ ਰਾਤ ਤੇਰੇ ਵੀਰ ਨੇ ਐ ਕਰਿਆ, ਜਿਉਂ ਕਰਿਆ, ਫਲਾਨਾ ਕਰਿਆ। ਤਾਂ ਉਹ ਮਤਲਬ ਜਦੋਂ ਬੰਦੇ ਦੀ ਲਪਟ ਆਈ ਆਣ ਕੇ ਤੇ ਕਹਿੰਦੀ ਵੀ ਗੱਲ ਇੰਨੀ ਹੈ ਵੀ ਮੈਂ ਕਰਦੀ ਹਾਂ ਪੀਰ ਦੀ ਪੂਜਾ ਤੇ ਮੈਨੂੰ ਮਤਲਬ ਕੂਕਿਆਂ ਦੇ ਘਰੇ ਮੰਗਤਾ ਤੇ ਮੈਨੂੰ ਪੂਜਾ ਨਹੀਂ ਕਰਨ ਦੇਣੀ। ਉਹ ਕਹਿੰਦੀ ਜਾ ਨਹੀਂ ਪਰੇ, ਬਸ ਆਹੀ ਗੱਲ ਸੀ। ਕਹਿੰਦੀ ਵੀ ਇਹੀ ਗੱਲ ਹੈ। ਕਹਿੰਦੀ ਹੋ ਜੂ ਇਹ ਕੰਮ, ਤੈਨੂੰ ਮੈਂ ਦੱਸੂ। ਕਹਿੰਦੀ ਗੁਪਤ ਰੱਖੀ। ਭੜੋਲੀਆਂ ਹੁੰਦੀਆਂ ਸੀ ਅੱਗੇ ਆਟੇ ਵਾਲੀਆਂ, ਥੱਲੇ ਦੀ ਆਟਾ ਕੱਢਦੀਆਂ ਬੁੜੀਆਂ ਤੇ 3 ਭੜੋਲੀਆਂ ਸੀ ਉਹਨਾਂ ਦੇ। ਇੱਕ ਭੜੋਲੀ ਖਾਲੀ ਰੱਖਦੇ ਵੀ ਸੂੜਾ ਸਾੜਾ ਸਿੱਟਣ ਨੂੰ। ਹੁੰਦੀ ਹੰਦਾਉਂਦੀ ਗੱਲ ਤੇ ਭਾਈ ਦਾਨੀ ਜਦੋਂ ਉਹਨਾਂ ਦੇ ਘਰੇ ਜਾ ਵੜੀ, ਜਾ ਕੇ ਤੇ ਭੜੋਲੀ 'ਚ ਦੀਵਾ ਕਰਨ ਲੱਗ ਗਈ ਚੋਰੀ। ਜਦੋਂ ਚੋਰੀ ਦੀਵਾ ਕਰਨ ਲੱਗ ਗਈ ਤੇ ਪੈ ਗਿਆ ਚੱਕਰ। ਉਹਦੀ ਸੱਸ, ਉਹਨੂੰ ਬੱਚਾ ਨਾ ਹੋਇਆ, ਉਹਦੀ ਸੱਸ ਉਹਨੂੰ ਬੁਰਾ ਝੋਟਾ ਦੱਸੇ, ਬੁਰੇ ਹਾਲ ਕਰੇ, ਉਹਨੂੰ ਮਤਲਬ ਗਲਤ ਬੋਲਿਆ ਕਰੇ, ਕਹਿਆ ਕਰੇ ਵੀ ਅਸੀਂ ਤਾਂ ਬੁਰੇ ਝੋਟੀ ਪਾਲੀ ਜਾਂਦੇ ਆ, ਜੇ ਹੈ ਵੋ ਹੈ, ਫਲਾਨ ਹੈ, ਢਿਮਕਾ ਹੈ। ਮਤਲਬ ਕਰਦੇ ਕਰਦੇ ਇੱਕ ਦਿਨ ਕੀ ਹੋਇਆ, ਨੂੰਹ ਸੱਸ ਦੋਨੇ ਲੜ ਪਈਆਂ। ਉਹ ਰਾਤ ਨੂੰ ਘਰੋਂ ਭੱਜ ਗਈ। ਅੱਛਾ ਜੀ। ਘਰੋਂ ਭੱਜ ਕੇ ਜਾ ਕੇ ਰੌਡ 'ਚ ਬਹਿ ਗਈ। ਜਦੋਂ ਰੌਡ 'ਚ ਬਹਿ ਗਈ ਤਾਂ ਉਹਨੇ ਦੇਖਿਆ ਵੀ 12-1 ਵਜੇ ਰੌਡ ਤੇ ਪੀਰ ਨੂੰ ਹਨੋਰੇ ਮਾਰੀ ਜਾਂਦੀ ਹੈ ਵੀ ਪੀਰਾ ਮੈਂ ਤਾਂ ਤੇਰੀ ਪੂਜਾ ਕਰਦੀ ਹੈ ਤੇ ਮੈਨੂੰ ਆਹ ਕੀ ਮਤਲਬ ਸਜ਼ਾ ਦਿੱਤੀ ਹੈ। ਪੀਰ ਭਾਈ ਆਇਆ, ਆਣ ਕੇ ਕਹਿਣ ਲੱਗਾ ਦਾਨੀ ਕਿਉਂ ਉਦਾਸ ਹੋਈ ਹੈ। ਕਹਿੰਦੀ ਕੌਣ। ਕਹਿੰਦਾ ਮੈਂ ਤੇਰਾ ਪੀਰ। ਕਹਿੰਦੀ ਵੀ ਕੀ ਤੈਨੂੰ ਦੱਸਾਂ। ਕਹਿੰਦੀ ਮੇਰੇ ਘਰ ਤਾਂ ਕੋਈ ਔਲਾਦ ਨਹੀਂ, ਮੈਨੂੰ ਮੇਰੀ ਸੱਸ ਹਨੋਰੇ ਮਾਰਦੀ ਹੈ, ਹਰ ਟਾਈਮ ਮੈਨੂੰ ਝਾੜਦੀ ਰਹਿੰਦੀ ਹੈ, ਨਾ ਮੈਂ ਪੇਕੀ ਜਾਣ ਜੋਗਰੀ ਹਾਂ, ਨਾ ਮੈਂ ਸਹੁਰੀ ਰਹਿਣ ਜੋਗਰੀ ਹਾਂ। ਪੀਰਾ ਮੇਰਾ ਤਾਂ ਮਤਲਬ ਸੰਗ ਬੁਰਾ ਹੁੰਦਾ ਤੁਰਿਆ ਜਾਂਦਾ ਹੈ। ਉਹ ਕਹਿੰਦਾ ਜਾ ਪਰ ਇਹੀ ਗੱਲ ਹੈ। ਕਹਿੰਦਾ ਜਾ ਬੱਚਾ ਹੋ ਜਾਊਗਾ, ਪਰ ਸ਼ਰਤ ਇੱਕ ਹੈ ਵੀ 21 ਮੋਹਰਾਂ ਚੜਾਉਣੀਆਂ ਪੈਣਗੀਆਂ। ਕਹਿੰਦੀ ਵੀ ਚੜਾ ਦੂੰ। ਕਹਿੰਦਾ ਚੜਾ ਦੇਂਗੀ। ਕਹਿੰਦੇ ਹਾਂਜੀ। ਰਾਤ ਨੂੰ ਭਾਈ ਜਦੋਂ ਘਰੋਂ ਭੱਜੀ ਵੀ ਤੇ ਉਹਦੀ ਸੱਸ ਮਤਲਬ ਭਾਲੇ ਆਸੇ ਪਾਸੇ ਬਹੁਤ ਭਾਲੀ, ਤਾਂ ਉਹਦਾ ਘਰ ਵਾਲਾ ਪਾਣੀ ਲਾਉਣ ਗਿਆ ਵਾ ਸੀ। ਜਦੋਂ ਪਾਣੀ ਲਾਉਣ ਗਿਆ ਸੀ ਉਹਦੇ ਕੋਲੇ ਜਾ ਵੜੀ ਉੱਥੋਂ ਉੱਠ ਕੇ। ਜਦੋਂ ਉਹਦੇ ਕੋਲੇ ਜਾ ਵੜੀ, ਉਹਦੇ ਕੋਲੇ ਜਾ ਕੇ ਮੂੰਹੇ ਦੱਸੇ ਉਹਨੂੰ ਉਹ
ਇਕੱਠੇ ਤੁਰੇ ਆਉਣ। ਜਦੋਂ ਤੁਰੇ ਆਉਣ ਤੇ ਆਣ ਕੇ ਜਦੋਂ ਘਰੇ ਖੜੇ ਤਾਂ ਉਹਦੀ ਸੱਸ ਪੈ ਗਈ ਉਹਨੂੰ ਵੀ ਕਿੱਥੋਂ ਆਈ ਐ, ਸਾਰੀ ਰਾਤ ਦੀ ਮੈਂ ਭਾਲਦੀ ਫਿਰਦੀ ਐ ਤੈਨੂੰ, ਵੀ ਤੂੰ ਤਾਂ ਇੱਥੇ ਹੈ ਹੀ ਨਹੀਂ ਸੀ। ਉਹ ਕਹਿੰਦਾ ਮਾਂ ਅਸੀਂ ਪਾਣੀ ਲਾ ਕੇ ਆਏ ਆ, ਮੇਰੇ ਨਾਲ ਸੀ, ਵੀ ਘਬਰਾਉਣ ਦੀ ਜ਼ਰੂਰਤ ਨਹੀਂ। ਕਹਿੰਦੀ ਭਾਈ ਤੂੰ ਤਾਂ ਝੂਠ ਬੋਲਦਾ ਹੈ, ਤੂੰ ਤਾਂ ਇਹਦਾ ਪੱਖ ਕਰਦਾ ਹੈ। ਉਹ ਕਹਿੰਦਾ ਨਹੀਂ ਮਾਂ, ਵੀ ਅਸੀਂ ਪਾਣੀ ਲਾ ਕੇ ਆਏ ਆ। ਭਾਈ ਟਿਕਾ ਲਈ, ਟਿਕਾਕਦੇ ਕਰਦੇ ਕਰਾਉਂਦੇ ਰਾਤ ਨੂੰ ਦੱਸੀ ਗੱਲ ਵੀ ਐ ਤੱਕਾਂ ਕਰਕੇ ਜੀ 21 ਮੋਹਰਾਂ ਦੀ ਪੂਜਾ ਕਰ ਦੇਗਾ ਤਾਂ ਬੱਚਾ ਹੋ ਜੂ ਆਪਣੇ। ਉਹ ਕਹਿੰਦਾ ਵੀ 21 ਮੋਹਰਾਂ ਮਾਂ ਨੇ ਨਹੀਂ ਮੰਨਣਾ। ਕਹਿੰਦੀ ਮਾਂ ਮੰਨੇ ਨਾ ਮੰਨੇ, ਜੇ ਤੂੰ ਮਤਲਬ ਆਪਦੀ ਜੜ ਮੇਖ ਲਾਉਣੀ ਹੈ ਤਾਂ ਕਰਨਾ ਪਊਗਾ। ਕਹਿੰਦੇ ਵੀ ਕਰ ਦਿਆਂਗੇ। ਮਨਾ ਲਿਆ। ਜਦੋਂ ਮਨਾ ਲਿਆ ਤਾਂ ਜਦੋਂ ਉਹਨੂੰ ਦੱਸਿਆ, ਆਪਦੀ ਮਾਂ ਨੂੰ ਦੱਸਿਆ ਵੀ ਮਾਂ ਬੱਚਾ ਆਪਣੇ ਘਰੇ ਹੋ ਜਾਊਗਾ, ਪਰ 21 ਮੋਹਰਾਂ ਚੜਾਉਣੀਆਂ ਪੈਣਗੀਆਂ। ਕਹਿੰਦੀ ਪੁੱਤ ਜੇ ਬੱਚਾ ਹੁੰਦਾ ਤਾਂ ਆਪਾਂ ਚੜਾ ਦਿਆਂਗੇ 21 ਮੋਹਰਾਂ। 21 ਮੋਹਰਾਂ ਜਦੋਂ ਚੜਾਉਣ ਮਤਲਬ ਬੱਚਾ ਹੋ ਗਿਆ ਤਾਂ ਉਹਨੇ ਲੈ ਕੇ ਕਹਿੰਦੇ ਜਾਂਦੇ ਸੁੱਖ ਲਾਉਣ। ਸੁੱਖ ਲਾਉਣ ਜਾਂਦੇ 21 ਮੋਹਰਾਂ ਆਪਦੀ ਮਾਂ ਤੋਂ ਲੈ ਲਈਆਂ। ਲੈ ਕੇ ਜਦੋਂ ਆਪਦੀ ਮਾਂ ਤੋਂ 21 ਮੋਹਰਾਂ ਤੇ ਤੁਰੇ ਜਾਂਦੇ ਆ, ਜਦੋਂ ਜਾ ਕੇ ਉੱਥੇ ਬਹਿ ਗਏ, ਕਹਿੰਦਾ ਵੀ ਤੂੰ ਬੈਠ ਇੱਥੇ, ਮੈਂ ਮੱਥਾ ਟੇਕ ਆਵਾਂ। ਹੁਣ ਮਾਂ ਦਾ ਸਿਖਾਇਆ ਵਾ ਵੀ ਤੂੰ 7 ਚੜਾ ਦੀ, 14 ਜੇਬ ਚ ਪਾ ਲਈ। ਉੱਥੇ ਕਿਹੜਾ ਪੀਰ ਬਹਿੰਦਾ ਵੀ ਤੂੰ ਇਸ ਤੱਕਾਂ ਕਰੀ। ਕਹਿੰਦਾ ਮਾਂ ਤੇਰੀ ਮਰਜ਼ੀ ਹੈ, ਪਰ ਅਸੀਂ ਸੁੱਖੀਆਂ 21 ਹੈ, ਐਂ ਤਾਂ ਹੋਣਾ ਨਹੀਂ। ਕਹਿੰਦੀ ਪੁੱਤ ਪੀਰ ਕਿਹੜਾ ਬਹਿੰਦਾ ਉੱਥੇ, ਇਹਨੂੰ ਆਖਣ ਨੂੰ ਕੀ ਕਹਿਣਾ ਦਾਨੀ ਨੂੰ। ਚੱਲ ਭਾਈ ਕਰਦੇ ਕਰਾਉਂਦੇ ਜਦੋਂ ਮੱਥਾ ਟੇਕਣ ਗਏ ਤੇ ਉਹ 7 ਮੋਹਰਾਂ ਚੜਾ ਆਇਆ। ਜਦੋਂ ਚੜਾ ਆਇਆ ਤੇ ਦਾਨੀ ਦੀ ਬੁੱਕਲ 'ਚ ਬੱਚਾ ਸੀ ਤੇ ਆਉਂਦੇ ਨੂੰ ਬੱਚਾ ਇਕੱਠਾ ਹੋ ਗਿਆ, ਚੀਕਾਂ ਮਾਰੇ, ਲੇਰਾ ਮਾਰੇ। ਉਹ ਕਹਿੰਦੀ ਵੀ ਇਹਨੂੰ ਕੀ ਹੋ ਗਿਆ, ਇੱਧਰ ਵੇਖ ਉੱਧਰ ਵੇਖ। ਦਾਨੀ ਕਹਿੰਦੀ ਵੀ ਲੈ ਕੇ ਤੇ ਗਾਂ ਦਰਗਾਹ ਚਲੀ ਗਈ, ਉੱਥੇ ਮੱਥਾ ਟੇਕਦੇ ਜਿੱਥੇ। ਜਦੋਂ ਵੇਖਿਆ ਤੇ ਮੋਹਰਾਂ ਪਈਆਂ 7। ਕਹਿੰਦੀ ਗੱਲ ਸੁਣੋ ਸਰਦਾਰ ਜੀ, ਤੁਸੀਂ ਮੋਹਰਾਂ 7 ਚੜਾਈਆਂ। ਕਹਿੰਦਾ ਨਹੀਂ। ਉਹ ਕਹਿੰਦੀ 7 ਮੋਹਰਾਂ ਚੜਾਈਆਂ, ਬਾਕੀ ਮੋਹਰਾਂ ਦੱਸ ਕਿੱਥੇ ਆ। ਜਦੋਂ ਬਾਕੀ ਮੋਹਰਾਂ ਕੱਢੀਆਂ ਤੇ 21 ਦੀਆਂ 21 ਦੋਨਾਂ ਨੇ ਇਕੱਠਾ ਮੱਥਾ ਟੇਕਿਆ ਤੇ ਬੱਚਾ ਠੀਕ ਹੋ ਗਿਆ ਤੇ ਕਰਦੇ ਕਰਾਉਂਦੇ ਚੱਲੀ ਗਈ ਗੱਲ। ਹੋਇਆ ਨੌਜਵਾਨ ਹੋਇਆ। ਹੁਣ ਉਹਦਾ ਸ਼ਗਨ ਦੀ ਗੱਲ ਕਰਦੀ ਹੈ, ਪੀਰ ਨੂੰ ਹਨੋਰੇ ਮਾਰਦੀ ਵੀ ਕੋਈ ਰਿਸ਼ਤਾ ਨਹੀਂ ਹੁੰਦਾਗਾ, ਵੀ ਕੋਈ ਮਤਲਬ ਤੇਰੀ ਆਂਝ ਤਾਂ ਨਹੀਂ। ਕਰਦੇ ਕਰਾਉਂਦੇ ਭਾਈ ਹੁੰਦੀ ਰਹੀ ਗੱਲ, ਚੱਲਦੀ ਰਹੀ ਤਾਂ ਕੁਦਰਤ ਮਾਲਕ ਦੀ ਐਸੀ ਵਾਪਰੀ। ਇੱਕ ਦਿਨ ਪੀਰ ਕਹਿੰਦਾ ਜਾ ਮਤਲਬ ਸ਼ਗਨ ਤਾਂ ਹੋ ਜਾਊਗਾ, ਪਰ ਮੇਰੀ 11ਵੀਂ ਦੇਣੀ ਪਊ। ਕਹਿੰਦੀ ਦੇ ਦਿਆਂਗੇ। ਸ਼ੱਕਰ ਦੀਆਂ 11 ਪਲੇਟਾਂ ਕੱਢੀਆਂ, ਸ਼ਗਨ ਪੈ ਗਿਆ। ਤੇ ਉਹ ਕਹਿੰਦੀ ਪੀਰਾ ਇਹਦਾ ਨਾਂ ਕੀ ਰੱਖਾਂ। ਕਹਿੰਦਾ ਇਹਦਾ ਨਾਂ ਡੱਗਾ ਰੱਖਣਾ ਇਹਦਾ ਨਾਂ। ਉਹ ਕਹਿੰਦੀ ਡੱਗਾ। ਕਹਿੰਦਾ ਰਹਿੰਦੀ ਦੁਨੀਆ ਤੱਕ ਇਹਨੂੰ ਲੋਕ ਯਾਦ ਕਰਨਗੇ, ਐਸਾ ਮਤਲਬ ਸੇਵਕ ਹੋਊਗਾ। ਡੱਗਾ ਜਿਹੜਾ ਮਤਲਬ ਢੋਲ ਵਜਾਉਂਦੇ ਆ, ਇਹਨੂੰ ਕਿਹਾ ਜਾਂਦਾ ਹੈ। ਜਦੋਂ ਭਾਈ ਮਤਲਬ ਜਾਵੜੇ ਕਰਕੇ ਹੋ ਗਏ, ਮਤਲਬ ਇਕੱਠੇ ਸ਼ੱਕਰ ਵੰਡਤੀ, ਸਭ ਕੁਝ ਕਰਤਾ। ਹੁਣ ਵਿਆਹ ਦਾ ਪ੍ਰੋਗਰਾਮ ਵੱਜ ਗਿਆ। ਜਦੋਂ ਵਿਆਹ ਵੱਜ ਗਿਆ, ਵਿਆਹ ਭਾਈ ਚੱਲ ਪਿਆ ਕੰਮ। ਮਠਿਆਈ ਲੱਗ ਗਈ ਪੱਕਣ। ਮਠਿਆਈ 7 ਭਾਂਤੀ ਮਠਿਆਈ ਬਣਾਈ, ਹੋਰ ਖਾਣਾ ਬਾਣਾ ਬਣਾਇਆ। ਤੇ ਪੀਰ ਦੀ 11ਵੀਂ ਭੁੱਲ ਗਈ ਕੱਢਣੀ। 11ਵੀਂ ਭੁੱਲ ਗਈ ਤੇ ਪੀਰ ਭਾਈ ਪਹਿਲੇ ਗਿੜੇ ਆਇਆ ਸਾਧੂ ਬਣ ਕੇ ਗਿਆ ਤੇ ਆਟਾ ਗੁੰਨੀ ਜਾਂਦੀ ਹੈ, ਨਾਲ ਬੁੜੀਆਂ ਹੋਰ ਬੈਠੀਆਂ ਵਿੱਚ ਆਟਾ ਗੁੰਨੀ ਜਾਂਦੀਆਂ। ਤਾਂ ਜਾ ਕੇ ਉਹਨੇ ਉਹ ਲੱਖ ਨਿਰੰਜਨ ਕਿਹਾ। ਜਦੋਂ ਉਹ ਕਹਿੰਦੀ ਵੀ ਭਾਈ ਸਾਧੂ ਆਇਆ ਮਾਂ ਜੀ,
ਉਹਨੂੰ ਕੋਈ ਪਾ ਦਿਓ ਖੈਰ। ਹੂੰ ਦਾਨੀ ਉੱਠੀ, ਉੱਠ ਕੇ ਤੇ ਉਹਨੂੰ ਕਹਿੰਦੀ ਨਹੀਂ ਜੀਤੋ ਤੂੰ ਪਾ ਦੇ। ਉਹ ਕਹਿੰਦੀ ਮਾਂ ਜੀ ਤੁਸੀਂ ਆਪੇ ਪਾਓ। ਉੱਠੀ, ਉੱਠ ਕੇ ਭਾਈ ਛੋਲਿਆਂ ਦੀ ਰਾਤ ਦੀਆਂ ਵਿਹੀਆਂ ਰੋਟੀਆਂ ਪਈਆਂ ਸੀ ਤੰਦੂਰ ਦੀਆਂ, 2 ਰੋਟੀਆਂ ਚੱਕੀਆਂ, ਵਿਚਾਲੇ ਛੋਲਿਆਂ ਦੀ ਧਰ ਕੇ ਦਾਲ ਤੇ ਸਾਧ ਨੂੰ ਫੜਾਤੀਆਂ। ਹੂੰ ਸਾਧ ਮੁੜ ਗਿਆ। ਦੂਜੀ ਵਾਰ ਫੇਰ ਗਿਆ, ਹੂੰ ਦੂਜਾ ਰੂਪ ਧਾਰ ਕੇ ਜਾ ਕੇ ਕਹਿੰਦਾ ਉਹ ਲੱਖ ਨਿਰੰਜਨ। ਹੂੰ ਹੁਣ 11ਵੀਂ ਵਾਲਾ ਪੀਰ 11 ਵਾਰੀ ਮਤਲਬ ਗਿਆ। ਜਦੋਂ ਆਓ ਲੱਖ ਨਿਰੰਜਨ ਕਿਹਾ, ਉਹੀ ਗੱਲ, ਛੋਲਿਆਂ ਦੀਆਂ ਮਤਲਬ ਦਾਲ ਤੇ 2 ਰੋਟੀਆਂ ਵਿਹੀਆਂ ਫੜਾਤੀਆਂ। ਹੂੰ ਜਦੋਂ ਤੀਜੀ ਵਾਰ ਗਿਆ, ਫਿਰ ਉਸ ਨੂੰ ਛੋਲਿਆਂ ਦੀ ਮਤਲਬ ਦਾਲ ਤੇ 2 ਰੋਟੀਆਂ ਵਿਹੀਆਂ ਫੜਾ ਕੇ ਮੋੜਤਾ। ਜਦੋਂ ਮੋੜਤਾ, ਹੂੰ ਜਦੋਂ 11 ਵਾਰੀ ਹੋ ਗਿਆ, ਹੂੰ ਕਹਿੰਦੀ ਅੱਜ ਸਾਧਾਂ ਨੇ ਬੜੇ ਸਤਾਏ ਆ। ਜਦੋਂ ਸਾਧਾਂ ਨੇ ਬੜੇ ਸਤਾਏ ਕਿਹਾ, ਹੂੰ ਉਹ ਕਹਿੰਦਾ ਕੋਈ ਨਾ ਭਾਈ, ਜੇ ਅਸੀਂ ਸਾਧੂ ਤੇਰੇ ਦਰ ਤੇ ਆਏ ਆ, ਕੋਈ ਤੇਰੇ ਘਰੇ ਵਿਆਹ ਹੈ, ਕੋਈ ਮਠਿਆਈ, ਕੋਈ ਸਾਨੂੰ ਵੀ ਕੋਈ ਖਵਾ ਦੇ। ਹੂੰ ਹੈਂ? ਕਹਿੰਦੀ ਕੀ ਖਵਾ ਦਿਆਂ, ਅਜੇ ਤਾਂ ਅਸੀਂ ਰੋਟੀ ਨਹੀਂ ਪਕਾਈ, ਹੂੰ ਆ ਰਾਤ ਦੀਆਂ ਰੋਟੀਆਂ ਪਈਆਂ, 2 ਹੀ ਲੈ ਜਾ। ਭਾਈ ਉਹਨੇ 22 ਰੋਟੀਆਂ ਇਕੱਠੀਆਂ ਕਰ ਲਈਆਂ, ਹੂੰ ਇਕੱਠੀਆਂ ਕਰਕੇ ਲੈ ਕੇ ਪੀਰ ਤੇ ਤੁਰ ਗਿਆ। ਤੁਰ ਗਿਆ ਤੇ ਚੱਲ ਪਏ। ਉਹ ਚਲੇ ਗਏ ਹੂੰ ਤਾਂ ਬਰਾਤ ਚੱਲੀ। ਹੂੰ ਜਦੋਂ ਬਰਾਤ ਚੱਲੀ, ਦਰਿਆਓਂ ਪਾਰ ਜਾਣਾ ਸੀ। ਹੂੰ ਜਦੋਂ ਬਰਾਤ ਦਰਿਆ ਟੱਪ ਕੇ ਬਰਾਤ ਅਗਲੇ ਪਾਸਿਓਂ 41 ਜਣੇ ਬਰਾਤ ਚੜ੍ਹ ਗਏ। ਹੂੰ ਕਿਸ਼ਤੀ ਪਾਰ ਹੋ ਗਈ, ਕਿਸ਼ਤੀ 'ਚ ਬਹਿ ਕੇ ਪਾਰ ਹੋ ਕਰਤੇ। ਜਦੋਂ ਪਾਰ ਕਰਤੇ, ਗਾਹਾਂ ਮਤਲਬ ਜਦੋਂ ਕੁੜੀ ਵਾਲਿਆਂ ਦੇ ਘਰੋਂ 4 ਜਣੇ ਹੋਰ ਹੋ ਗਏ, 45 ਹੋ ਗਏ ਉੱਧਰੋਂ। ਹੂੰ ਜਦੋਂ 45 ਜਣੇ ਆਉਣ ਲੱਗੇ ਤਾਂ ਮਾਤਾ ਰੂੜੀ ਲੈ ਕੇ ਬੱਗੀ ਤੇ ਕਿੱਥੇ ਜਾ ਵੜੀ, ਦਰਿਆ ਦੀ ਕਾਛੜ ਤੇ ਜਾ ਵੜੀ। ਹੂੰ ਉੱਥੇ ਹੀ ਲੈ ਗਈ ਮਤਲਬ ਪਿਆਲਾ, ਜਿਹੜਾ ਉੱਤੋਂ ਦੀ ਵਾਰਦੇ ਹੁੰਦੇ ਆ ਹੂੰ ਜੋੜੇ ਦੇ, ਵੀ ਉੱਥੋਂ ਵਾਰ ਕੇ ਲਿਆਉਂਗੀ ਸਗਨਾ ਨਾ। ਹੈਂ? ਹੂੰ ਜਦੋਂ ਆਈ ਬਰਾਤ ਮਤਲਬ ਦਰਿਆ ਦੇ ਵਿੱਚ, ਖਵਾਜੇ ਨੂੰ ਕਹਿੰਦਾ ਵੀ ਬਰਾਤ ਆਉਂਦੀ ਹੈ, ਹੂੰ ਇੱਕ ਡਿਊਟੀ ਲਾਉਣਾ ਮੈਂ ਤੇਰੀ। ਪੀਰ 11ਵੀਂ ਵਾਲਾ ਦਾ ਹੂੰ ਕਹਿੰਦਾ ਕੀ? ਕਹਿੰਦਾ ਗੱਲ ਸੁਣ ਲੈ ਤੇਰੀ, ਮੈਂ ਡਿਊਟੀ ਲਾਉਣਾ ਵੀ ਹੱਡੀਆਂ ਰੇਤ ਰਲਾ ਦੇ, ਜਿਹੜੀ ਰੂਹ ਹੈ ਹੂੰ ਜਲ ਵਿੱਚ ਰੱਖਣੀ ਹੈ, ਹੂੰ ਕੋਈ ਮਤਲਬ ਆਸੇ ਪਾਸੇ ਨਾ ਹੋਵੇ, ਇੱਕੇ ਥਾਂ ਰੱਖੀ। ਹੂੰ ਇਹ ਤੇਰੀ ਡਿਊਟੀ ਹੈ, ਇਹ ਕਿਤੇ ਰੁਲ ਨਾ ਜਾਣ। ਹੂੰ ਜਦੋਂ ਭਾਈ ਇਹ ਗੱਲ ਹੋ ਗਈ ਤੇ 12 ਸਾਲ ਬੀਤ ਗਏ। ਹੂੰ 12 ਸਾਲ ਬੀਤ ਗਏ ਤੇ ਰੂੜੀ ਮਤਲਬ ਮਾਤਾ ਮਾਰੇ ਚਾਂਗਾ ਹੂੰ ਆਉਂਦਾ ਦੇਖਿਆ, ਝਨਾ ਚੜਿਆ ਵਾ ਸੀ। ਹੂੰ ਜਦੋਂ ਝਨਾ ਚੜਿਆ ਤੇ ਮਾਰ ਕੇ ਕਿਸ਼ਤੀ ਦੇ ਲੈ ਗਿਆ ਰੋੜ ਕੇ, ਹੂੰ ਲੈ ਗਿਆ ਰੋੜ ਕੇ ਤੇ ਮਤਲਬ ਹੱਡੀਆਂ ਤਾਂ ਰੇਤ ਰਲਾਤੀਆਂ ਹੂੰ ਤੇ ਰੂਹਾਂ ਮਤਲਬ ਪਾਣੀ ਦੇ ਵਿੱਚ ਰੱਖ ਲਈਆਂ। ਹੂੰ ਜਦੋਂ ਰੱਖ ਕੇ ਖਵਾਜੇ ਨੂੰ ਡਿਊਟੀ ਲਾਈ ਸੀ, ਹੂੰ ਜਾ ਕੇ ਜਦੋਂ ਵੇਖਿਆ, ਵੇਖ ਕੇ ਨਿਕਲੇ ਵਕ ਓਹੋ ਹੋ, ਮਾਤਾ ਮਾਰੇ ਮਤਲਬ ਪੱਟਾਂ ਤੇ ਹੱਥ, ਹੂੰ ਵੀ ਆਹ ਕੀ ਹੋ ਗਿਆ। ਹੂੰ ਕਰਦੇ ਕਰਾਉਂਦੇ ਭਾਈ 12 ਸਾਲ ਬੀਤ ਗਏ। ਹੂੰ 12 ਸਾਲ ਬੀਤ ਗਏ ਤੇ ਉਹ ਤੁਰੀ ਫਿਰਦੀ ਆ, ਪਾਗਲ ਹੋ ਗਈ, ਵਾਲ ਜਟੂਰੇ ਹੋ ਗਏ। ਲੋਕ ਉਹਨੂੰ ਪਾਗਲ ਕਿਹਾ ਕਰਨ। ਵੇ ਭਾਈ ਜਿਹੜਾ ਕੋਈ ਜਾਇਆ ਕਰੇ ਇੱਥੇ, ਵੇ ਭਾਈ ਵੇਖਿਓ ਬਰਾਤ ਤਾਂ ਨਹੀਂ ਆਉਂਦੀ, ਜਿਹੜਾ ਕੋਈ ਜਾਇਆ ਕਰੇ ਕਮਲ ਮਾਰਿਆ ਕਰੇ। ਇੱਕ ਦਿਨ ਕੀ ਹੋਇਆ, ਪੀਰ ਨੇ ਆਪਦਾ ਸੇਵਾਦਾਰ ਭੇਜਿਆ ਵੀ ਜਾ ਐਤਕਾਂ ਕਰਕੇ ਉੱਥੇ ਮਾਤਾ ਬੈਠੀ ਹੈ, ਉਹਨੂੰ ਵੇਖ ਕੇ ਆ ਕੀ ਕਰਦੀ ਹੈ। ਜਦੋਂ ਆਇਆ, ਆਣ ਕੇ ਕੱਕੀ ਤੋਂ ਉਤਰਿਆ ਤੇ ਉਹਨੂੰ ਕਹਿੰਦੀ ਵੀ ਭਾਈ ਇੱਥੇ ਬਰਾਤ ਆਉਂਦੀ ਹੈ, ਦੇਖੀ ਪਾਗਲਾਂ ਤਕਾਂ ਮਤਲਬ ਪਾਗਲ ਮਾਰਦੀ ਫਿਰਦੀ ਹੈ, ਜੁੰਡੇ ਖੁੱਲੇ ਹੈ, ਜਟੂਰੀਆਂ ਬਣ ਗਈਆਂ, ਬੁਰਾ ਹਾਲ ਹੈ, ਕੱਪੜੇ ਪਾਟੇ ਵੇ ਹੈ, ਸਿਆਲ ਦਾ ਮਹੀਨਾ ਹੈ। ਵੇਖ ਕੇ ਭਾਈ
ਉਹ ਮੁੜ ਗਿਆ, ਕਹਿੰਦਾ ਮਹਾਰਾਜ ਉਹਦੀ ਤਾਂ ਹਾਲਤ ਬਹੁਤ ਮਾੜੀ ਹੈ, ਤੇ ਉਹ ਤਾਂ ਇੰਨੀ ਨਿਰਦੋਸ਼ ਕਰਤੀ, ਕਹਿੰਦਾ ਉਹਨੂੰ ਸਜ਼ਾ ਦਿੱਤੀ ਹੈ। ਕਹਿੰਦਾ ਨਾ ਮਹਾਰਾਜ, ਉਹ ਤਾਂ ਸਜ਼ਾ ਭੁਗਤ ਚੁੱਕੀ, ਵੀ ਤੁਸੀਂ ਇੰਜ ਨਾ ਕਰੋ। ਲੈ ਕੇ ਭਾਈ ਜਦੋਂ ਦਾਤੇ ਦਾ ਲੈ ਕੇ ਨਾ ਪੀਰ ਇੱਕ ਦਿਨ ਆਪ ਆਇਆ, 11 ਰਾਤ ਦਾ 1 ਵਜੇ ਵਾ, 1 ਵਜੇ ਵਾ, ਤੇ ਉਹ ਬੈਠੀ ਮਤਲਬ ਗੇੜੇ ਖਾਂਦੀ ਫਿਰਦੀ ਹੈ, ਗੇੜੇ ਖਾਂਦੀ ਫਿਰਦੀ ਹੈ, ਪਾਗਲਾਂ ਤਿਕਾਂ ਲੋਕਾਂ ਨੂੰ ਲੋਕਰੇ ਮਾਰਦੀ ਫਿਰਦੀ ਹੈ ਰਾਤ ਨੂੰ, ਵੀ ਵੇਖਿਓ ਵੇ ਭਾਈ ਇੱਥੇ ਬਰਾਤ ਤਾਂ ਨਹੀਂ ਆਉਂਦੀ, ਵੇਖਿਓ ਭਾਈ ਇੱਥੇ ਬਰਾਤ ਤਾਂ ਨਹੀਂ ਆਉਂਦੀ, ਐ ਲਲਕਰੇ ਮਾਰਦੀ ਫਿਰਦੀ ਹੈ। ਜਦੋਂ ਆਣ ਕੇ ਉਹਨੂੰ ਕਹਿੰਦੇ, ਜਦੋਂ ਕੱਕੀ ਤੋਂ ਉਤਰਿਆ ਨਾ, ਉਤਰ ਕੇ ਕਿੱਥੇ ਖੜਾ ਹੈ, ਜਿੱਥੇ 22 ਰੋਟੀਆਂ ਨੱਪੀਆਂ ਹੋਈਆਂ ਸੀ, ਉੱਥੇ ਖੜ ਗਿਆ। ਆਈ ਆਣ ਕੇ ਕਹਿੰਦੀ ਵੀ ਭਾਈ ਇੱਥੇ ਬਰਾਤ ਤਾਂ ਨਹੀਂ ਆਉਂਦੀ। ਉਹ ਕਹਿੰਦਾ ਬਰਾਤ ਆਲ ਕੇ ਗੱਲ ਸੁਣ ਲਾ, ਵੀ ਤੂੰ ਹੈ ਕੌਣ? ਉਹਨੂੰ ਕਹਿੰਦੀ, ਕਹਿੰਦਾ ਮੈਂ ਪੀਰ ਹਾਂ, ਹੋਰ ਕੌਣ ਹੈ? ਕਹਿੰਦੀ ਤੇ ਓਹੋ ਹੋ ਪੀਰ ਹੈ ਇਸ ਵੇਲੇ? ਕਹਿੰਦਾ ਤੇ ਤੂੰ ਇਸ ਵੇਲੇ ਕੀ ਕਰਦੀ ਹੈ ਇੱਥੇ? ਕਹਿੰਦੀ ਵੀ ਭਾਈ ਮੇਰੀ ਤਾਂ ਬੇਟੇ ਦੀ ਬਰਾਤ ਆ ਗਈ ਸੀ ਵਿਆਹੁਣ ਫਲਾਣੇ ਪਿੰਡ, ਐ ਤੱਕਾਂ ਕਰਕੇ ਨਾਲ 41 ਬਰਾਤੀ ਆ, 4 ਜਣੇ ਉਧਰੋਂ ਆਏ ਸੀ, ਤੇ ਸਾਰੇ ਦੇ ਸਾਰੇ ਮਤਲਬ ਦਰਿਆ 'ਚ ਡੁੱਬ ਗਏ। ਉਹ ਕਹਿੰਦਾ ਜੇ ਕੱਢ ਦਿਆਂ, ਕੱਢ ਦੇ। ਜਦੋਂ ਪੱਕ ਕਿਹਾ ਵੀ ਕੱਢ ਦਿਆਂ, ਕਹਿੰਦਾ ਵੀ ਤੂੰ 11ਵੀਂ ਯਾਦ ਆ ਤੇਰੇ? ਪੈ ਗਏ ਪਿੱਛੂ। ਓਹੋ, ਕਹਿੰਦੀ ਪੀਰਾ ਵੀ ਮੈਂ ਤਾਂ 11ਵੀਂ ਭੁੱਲੀ ਵੀ ਆ ਤੇਰੀ, ਮੈਨੂੰ ਮਾਫੀ ਦੇ। ਪੈਰ ਫੜੇ। ਉਹ ਕਹਿੰਦਾ ਚੱਲ ਮੈਂ ਕੱਢ ਤਾਂ ਦਿੰਨਾ, ਪਰ ਗੱਲ ਇੰਨੀ ਆ, ਜਿੰਨਾ ਚੱਕਰ 11 ਦੇਗਾਂ ਨਹੀਂ ਦੇਂਗੀ ਉਹਨਾਂ ਚੱਕਰ ਮੈਂ ਮਤਲਬ ਪਾਣੀ ਨਾ ਵਾਰੀ। ਪਹਿਲਾਂ ਫਿਰ 11 ਦੇਗਾਂ ਜਾ ਕੇ ਜਦੋਂ ਕੱਢਿਆ, ਕੱਢ ਕੇ ਉਹਨੂੰ ਕਹਿੰਦਾ ਵੀ ਦੇਖ, ਕੋਈ ਤੇਰਾ ਰਿਸ਼ਤੇਦਾਰ, ਕੋਈ ਤੇਰਾ ਭਰਾ, ਕੋਈ ਤੇਰਾ ਜੇਠ, ਕੋਈ ਤੇਰਾ ਦਿਓਰ, ਕੋਈ ਤੇਰਾ ਭਤੀਜਾ, ਕੋਈ ਤੇਰਾ ਮਤਲਬ ਅੰਗ ਸਖੀਆ, ਕੋਈ ਤੇਰਾ ਭਰਾ ਰਹਿ ਤਾਂ ਨਹੀਂ ਗਿਆ? ਉਹ ਕਹਿੰਦੀ ਵੀ ਨਹੀਂ। 41 ਪੂਰੇ ਆ? ਪੂਰੇ ਆ। ਕਹਿੰਦੀ ਵੀ 4 ਉਧਰੋਂ ਆਏ ਆ ਜਿਹੜੇ, ਉਹ ਵੀ ਪੂਰੇ ਆ? ਪੂਰੇ। ਕਹਿੰਦਾ ਜਾ, ਉਹਨਾਂ ਚੱਕਰ ਪਾਣੀ ਨਾ ਵਾਰੀ। ਉਹ ਤਾਂ ਭਾਈ ਜਾ ਕੇ ਘਰੇ ਤੇ ਫੇਰ ਭੁੱਲ ਗਈ। ਜਦੋਂ ਭੁੱਲ ਗਈ, ਜਾ ਕੇ ਪਰੜੇ ਤੇ ਡਾਹ ਕੇ ਪਰੜਾ ਤੇ ਭਾਈ ਪਾਣੀ ਦਿੱਤਾ ਬਾਹਰ। ਜਦੋਂ ਪਾਰਤਾ ਪਾਣੀ, ਤੇ ਬੱਚੇ ਦੀ ਤੇ ਜਨਾਨੀ ਦੇ ਹੱਥ ਵਿੱਚ ਲੜਾਈ ਰਿਹਾ ਕਰੇ, ਲੜਾਈ ਰਿਹਾ ਕਰੇ, ਘਰੇ ਤੂੰ ਮੈਂ ਹੋਇਆ ਕਰੇ, ਘਰੇ ਭੁੱਜਣ ਲੱਗ ਗਏ ਦਾਣੇ। ਇੱਕ ਦਿਨ ਕੀ ਹੋਇਆ, ਪੀਰ ਬਣ ਕੇ ਸਾਧੂ ਲਾ ਕੇ ਭੇਸ ਮੁੜਿਆ, ਜਾ ਕੇ ਕਹਿੰਦਾ ਉਹ ਲੱਖ ਨਿਰੰਜਨ। ਜਦੋਂ ਉਹ ਲੱਖ ਨਿਰੰਜਨ ਕਿਹਾ ਤਾਂ ਬੈਠੀ ਦਾਨੀ ਕਹਿੰਦੀ ਵੀ ਸਾਧੂ ਆਇਆ। ਕਹਿੰਦੀ ਬਾਬਾ ਤੈਨੂੰ ਇੱਕ ਗੱਲ ਦੱਸਾਂ, ਸਾਡੇ ਘਰੇ ਕਾਟੋ ਕਲੇਸ਼ ਕਿਉਂ ਰਹਿੰਦਾ ਹੈ? ਕਹਿੰਦਾ ਭਾਈ ਕਾਟੋ ਕਲੇਸ਼ ਤਾਂ ਰਹਿਣਾ ਹੀ ਹੈ, ਤੂੰ ਪੀਰ ਦਾ ਕੁਝ ਦੇਣਾ ਹੋਣਾ। ਕਹਿੰਦੀ ਮੈਂ ਕੀ ਦੇਣਾ, ਮੈਂ ਤਾਂ ਆਏ ਮਹੀਨੇ ਉਹਦੀ 11ਵੀਂ ਦਿੰਨੀ ਹੈ। ਕਹਿੰਦਾ 11ਵੀਂ ਨਹੀਂ, ਤੂੰ ਕੁਝ ਦੇਣਾ ਹੋਣਾ ਉਹਦਾ। ਕਹਿੰਦੀ ਨਹੀਂ ਕੁਛ ਨਹੀਂ ਦੇਣਾ। ਉਹ ਕਹਿੰਦਾ ਫਿਰ ਇਹ ਤਾਂ ਗੱਲ ਨਹੀਂ ਹੋ ਸਕਦੀ ਵੀ ਤੂੰ ਪਾਣੀ ਵਾਰਨ ਤੋਂ ਪਹਿਲਾਂ ਮਤਲਬ ਤੈਨੂੰ ਕੀ ਕਿਹਾ ਸੀ, ਜਦੋਂ ਰਾਤ ਨੂੰ ਕੱਢ ਕੇ ਦਿੰਦਾ ਤੈਨੂੰ ਸਾਰੀ ਬਰਾਤ। ਉਹ ਕਹਿੰਦੀ ਓਹੋ ਤਾਂ ਮਾੜੀ ਗੱਲ ਹੋਈ। ਕਰਕੇ ਉਹਨੂੰ ਕਹਿੰਦੀ ਵੀ ਬਾਬਾ ਮੈਨੂੰ ਮਾਫੀ ਦੇ। ਕਿਵੇਂ ਕਰ ਕਿਵੇਂ ਨਾ ਕਰ, ਹੁਣ ਸੀ ਤਾਂ ਖੁਦ ਪੀਰ ਹੀ, ਵੀ ਮੈਨੂੰ ਮਤਲਬ ਪੀਰ ਨਾਲ ਗੱਲ ਕਰਾ ਦੇ ਮੇਰੀ। ਵਾਕਿਆ ਤੇਰੀ ਗੱਲ ਸਹੀ ਹੈ, ਮੈਂ ਹਰ ਮਹੀਨੇ 11ਵੀਂ ਦਿੰਨੀ ਹੈ ਤੇ ਪੀਰ ਕਦੇ ਹਾਜ਼ਰ ਨਹੀਂ ਹੋਇਆ। ਮੈਂ ਚਿਰਾਗ ਲਾਉਣੀ ਹੈ ਆਏ ਵੀਰਵਾਰ, ਪਰ ਕਦੇ ਪੀਰ ਹਾਜ਼ਰ ਨਹੀਂ ਹੋਇਆ। ਆਹ ਕੀ ਗੱਲ ਹੋਈ?
ਜਦੋਂ ਭਾਈ ਗੱਲ ਨਾ ਹੋਈ, ਪੀਰ ਨੇ ਖੁਦ ਤਾਂ ਸੀ ਗਈ, ਜਾ ਕੇ ਕਹਿੰਦਾ ਜਾ ਅੱਜ ਫੇਰ ਪਾਣੀ ਵਾਰ, ਪਹਿਲਾਂ 11 ਕੱਢ, 11ਵਾਂ ਦਿਨ 11 ਦੇਗਾਂ ਕਰਕੇ ਤਿਆਰ, ਫੇਰ ਦੁਬਾਰਾ ਪਾਣੀ ਵਾਰਿਆ। ਕਹਿੰਦਾ ਜਾ ਹੁਣ ਸੁਖੀ ਵਸੇਂਗੀ। ਓਹੋ ਹੋ, ਹੁਣ ਉਹਨੂੰ ਗਦਾਨੀ ਨੂੰ ਸਮਝ ਨਾ ਆਈ ਵੀ ਇਹ ਤਾਂ ਸਾਮਾ ਪੀਰ ਹੈ। ਹੈਂ, ਮੁੜ ਗਿਆ ਤੇ ਘਰੇ ਬੱਚਾ ਨਾ ਹੋਇਆ। ਬਹੁਤ ਮਤਲਬ ਤਰਲੇ ਕਰੇ, ਸਾਧਾਂ ਕੋਲੇ ਜਾ, ਕਿਤੇ ਕਿਸੇ ਕੋਲੇ ਜਾ, ਕਿਤੇ ਕਿਸੇ ਕੋਲੇ ਜਾ, ਘਰੇ ਕੋਈ ਸੁਲਤਾਨ ਨਾ ਪੈਦਾ ਹੋਈ। ਸੁਲਤਾਨ ਨਾ ਪੈਦਾ ਹੋਈ ਤਾਂ 11 ਦੇਗਾਂ ਕੱਢ ਕੇ ਮਹੀਨੇ ਦੇ ਪਿੱਛੋਂ ਕੱਢ ਕੇ ਤੇ ਚਿਰਾਗ ਲਾਏ। ਚਿਰਾਗ ਲਾ ਕੇ ਤੇ ਪੀਰ ਚਿਰਾਗ ਦੇ ਵਿੱਚ ਛੋਟਾ ਜਿਹਾ ਬੱਚਾ ਬਣ ਕੇ ਹੈਂ ਤਾਂ ਚਿਰਾਗਾਂ ਦੇ ਵਿੱਚੋਂ ਉੱਠ ਕੇ ਡਰਦੀ ਉੱਠ ਖੜੀ। ਵਿਆਹ ਕੀ ਹੋ ਗਿਆ? ਜਦੋਂ ਵੇਖ ਕੇ ਚਿਰਾਗਾਂ ਨੂੰ ਉੱਠ ਖੜੀ, ਉੱਠ ਕੇ ਵੇਖ ਕੇ ਤੇ ਪੈ ਗਈ। ਕਹਿੰਦੀ ਵੀ ਜਦੋਂ ਪੀਰ ਕਹਿੰਦਾ ਵੀ ਬਹਿ ਜਾ, ਬਾਜ ਪਈ, ਬਹਿ ਜਾ ਦਾਨੀ, ਮੰਗ ਕੀ ਮੰਗਦੀ ਹੈ? ਕਹਿੰਦੀ ਮਹਾਰਾਜ ਘਰੇ ਸੁਲਤਾਨ ਨਹੀਂ। ਹੈਂ, ਕਹਿੰਦਾ ਸੁਲਤਾਨ ਹੋ ਜੂਗੀ ਪਰ ਸ਼ਰਤ ਇੱਕ ਹੈ। ਕੀ? ਕਹਿੰਦਾ ਆਏ ਵੀਰਵਾਰ 11ਵੀਂ ਦਿਆ ਕਰਨੀ। ਕਹਿੰਦੀ ਮੈਨੂੰ ਮਨਜ਼ੂਰ ਹੈ। ਮਨਜ਼ੂਰ ਕਹਿ ਕੇ ਚੱਕਤੀ ਰੇਸ ਭਾਈ। ਜਦੋਂ ਵੀਰਵਾਰ ਨੂੰ 11ਵੀਂ ਦਿੱਤੀ, 11ਵੀਂ ਦੇ ਕੇ ਲੈ ਕੇ ਤੇ ਬੱਚਾ ਦਾ ਆਸਮੇਦ ਹੋ ਗਈ। ਬੱਚੇ ਦੀ ਆਸਮੇਦ ਹੋ ਗਈ। ਅੱਜ ਹੋਰ ਭਲਕ ਹੋਰ ਕਰਦੇ ਕਰਾਉਂਦੇ ਤੇ ਬੱਚਾ ਹੋ ਗਿਆ। ਬੱਚਾ ਹੋ ਗਿਆ ਤੇ ਉੱਥੋਂ ਜਿਉਂ ਚੱਲੇ ਪੀਰ ਜਾ ਕੇ ਜਦੋਂ ਉੱਠਦਾ ਤੁਰਿਆ ਜਾਂਦਾ ਤੇ ਇੱਕ ਲੱਕੜਹਾਰਾ ਤੇ ਲੱਕੜਹਾਰੀ, ਲੱਕੜਹਾਰਾ ਲੱਕੜਾਂ ਵੱਢੀ ਜਾਂਦਾ ਹੈ। ਲੱਕੜਾਂ ਵੱਢੀ ਜਾਂਦਾ ਹੈ ਤਾਂ ਤਹਾਂ ਖੜਾ ਹੈ ਕੱਕੀ ਤੇ, ਵੇਖਦਾ ਉਹਨੂੰ, ਕਹਿੰਦਾ ਵੀ ਇਹਨੂੰ ਯਾਰ ਗਰੀਬ ਆਦਮੀ, ਇਹਨੂੰ ਉਤਾਰ ਕੇ ਇਹਨੂੰ ਦੇਜੇ ਕੁਛ ਨਾ ਕੁਛ। ਲੱਕੜਹਾਰਾ ਭਾਈ ਉਹਨੂੰ ਬਣ ਕੇ ਵਿਰਧ ਜਾ ਕੇ ਕਹਿੰਦਾ ਯਾਰ ਕੀ ਕਰਦਾ ਹੈ? ਬਿਰਧ ਦਾ ਭੇਸ ਧਾਰਿਆ, ਧਾਰ ਕੇ ਉਹਨੂੰ ਕਹਿੰਦਾ ਯਾਰ ਤੂੰ ਕੀਤਾ ਵਿੱਢਿਆ, ਦਰਖਤਾਂ ਨੂੰ ਵਿਚਾਰਿਆਂ ਨੂੰ ਵੱਢ ਸਿੱਟੀ ਜਾਂਦਾ। ਕਹਿੰਦਾ ਮਹਾਰਾਜ ਇਹਨਾਂ ਨੂੰ ਵੇਚ ਕੇ ਨਾਲੇ ਤਾਂ ਮੈਂ ਆਟਾ ਲਿਆਉਂਗਾ, ਨਾਲੇ ਮੈਂ ਆਪਦਾ ਨਸ਼ਾ ਪੱਤਾ ਲਿਆਉਂਗਾ, ਹੈਂ, ਤੇ ਨਾਲੇ ਘਰਦਿਆਂ ਦਾ ਮੈਂ ਗੁਜ਼ਾਰਾ ਕਰੂੰਗਾ। ਸਾਡੇ ਕੋਈ ਕਮਾਉਣ ਵਾਲਾ ਹੈ ਨਹੀਂ, ਮੈਂ ਆਪ ਬਿਰਧ ਹੋਣ ਦਾ ਤੁਰਿਆ ਜਾਂਦਾ। ਮੈਂ ਜੰਗਲ ਦੇ ਵਿੱਚੋਂ ਲੱਕੜਾਂ ਲੈ ਜਾਂਦਾ ਤੇ ਲਿਜਾ ਕੇ ਮੈਂ ਮਤਲਬ ਇਹਨਾਂ ਨੂੰ ਵੇਚ ਕੇ ਤੇ ਮੈਂ ਆਪਦਾ ਬੱਚਿਆਂ ਨੂੰ ਪਾਲਦਾ। ਕਹਿੰਦਾ ਅੱਛਾ। ਕਹਿੰਦਾ ਦਾ ਗੱਲ ਇੰਨੀ ਹੈ, ਤੈਨੂੰ ਰੁਪਈਆਂ ਦੀ ਪੰਡ ਮਿਲੂਗੀ ਪਰ ਮੈਨੂੰ ਤੇਰੇ ਕਰਮਾਂ 'ਚ ਨਹੀਂ ਦੀਦੀ। ਹੈਂ, ਜਦੋਂ ਭਾਈ ਰੁਪਈਆਂ ਦੀ ਪੰਡ ਸਿੱਟੀ ਪੀਰ ਨੇ, ਹੈਂ, ਤੇ ਬੈਠਾ ਬੈਠਾ ਕਹਿੰਦਾ ਜਰਾ ਨਾ ਹੋ ਕੇ ਵੇਖ ਲਈਏ। ਕੋਲ ਦੀ ਟੱਪ ਗਿਆ ਤੇ ਪੰਡ ਤਾਂ ਚੱਕੀ ਨਾ, ਚੱਕੀ ਨਾ। ਪੀਰ ਬੈਠਾ ਕਹਿੰਦਾ ਕਿਉਂ? ਜਿਹੜੀ ਗੱਲ ਮੈਂ ਕਹੀ ਸੀ ਹੋ ਗਈ ਉਹੀ? ਆਪਦੇ ਆਪ ਗੱਲਾਂ ਕਰੀ ਜਾਂਦਾ ਪੀਰ ਵੀ ਜਿਹੜੀ ਦਿਮਾਗ 'ਚ ਮੈਂ ਕਹੀ ਸੀ ਗੱਲ ਉਹੀ ਹੋ ਗਈ। ਫੇਰ ਮੁੜਿਆ, ਮੁੜ ਕੇ ਉਹਨੂੰ ਤਾਰ ਕੇ ਉਹਨੂੰ ਕਹਿੰਦਾ ਗੱਲ ਸੁਣ ਓਏ, ਤੇਰੇ ਕੋਲੇ ਰੁਪਈਆਂ ਦੀ ਪੰਡ ਆਈ ਸੀ ਤੇ ਤੂੰ ਚੱਕੀ ਨਾ। ਹੈਂ, ਕਹਿੰਦਾ ਕਿੱਥੇ? ਕਹਿੰਦਾ ਜਿੱਥੇ ਅੰਨਾ ਹੋਇਆ ਸੀ। ਉਹ ਕਹਿੰਦਾ ਓਹੋ। ਕਹਿੰਦਾ ਜੀ ਹੁਣ ਤਾਰ ਦੇ ਚਿੱਠੇ। ਜਦੋਂ ਫੇਰ ਦੁਬਾਰਾ ਗਿਆ ਤਾਂ ਵੇਖਦਾ ਉਹਨੇ ਚੱਕ ਕੇ ਭਾਈ ਲੱਕੜਹਾਰੇ ਨੇ ਮਤਲਬ ਦਰਖਤ ਨਾਲ ਬੰਨ੍ਹਤੀ। ਹੁਣ ਜਦੋਂ ਦਰਖਤ ਵੱਢਦਾ ਸਿੱਟਦਾ ਤੁਰਿਆ ਆਉਂਦਾ ਹੈ, ਵੇਖ ਕੇ ਉਹਨੂੰ ਕਹਿੰਦਾ ਵੀ ਆਹ ਤਾਂ ਤੇ ਪੀਰ ਨੇ ਜਾ ਕੇ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਮੈਨੂੰ ਪੀਰ ਨੇ ਆਹ ਦਿੱਤਾ। ਕਹਿੰਦੀ ਹੈ ਇੰਨੇ ਪੈਸੇ ਕਿਸੇ ਦੇ ਚੋਰੀ ਕਰਕੇ ਲਿਆਇਆ? ਕਿੱਥੋਂ ਲਿਆਇਆ ਤੂੰ ਇੰਨੇ ਪੈਸੇ? ਕਹਿੰਦਾ ਨਹੀਂ ਮੈਨੂੰ ਪੀਰ ਨੇ ਦਿੱਤੇ।
ਕਹਿੰਦੀ ਐਸਾ ਪੀਰ ਕਿਹੜਾ ਜਿਹੜਾ ਮਤਲਬ ਤੈਨੂੰ ਨੋਟ ਵੰਡ ਗਿਆ? ਕਹਿੰਦਾ 11ਵੀਂ ਵਾਲਾ ਗੌਂਸਪਾਲ ਬਾਬਾ। ਆਪਾਂ ਉਹਦੇ ਮਤਲਬ ਮੇਲੇ ਤੇ ਚੱਲਣਾ ਹੈ। ਕਿਹੜੇ ਦਿਨ ਲੱਗਦਾ ਹੁੰਦਾ ਹੈ? ਕਹਿੰਦੇ ਵੀ ਵੱਡਾ ਭੰਡਿਆਰਾ ਹੋਊਗਾ, ਜੇਠ-ਹਾੜ ਦਾ ਮਹੀਨਾ ਹੋਊਗਾ, ਉਦੋਂ ਜਾਣਾ ਪਊਗਾ। ਜਿਉਂ ਚੱਲੇ ਦੋਨੇ ਜੀ, ਜਾ ਕੇ ਵੱਡੇ ਭੰਡਿਆਰੇ ਤੇ ਹਾਜ਼ਰ ਹੋ ਗਏ। ਹਾਜ਼ਰ ਹੋਏ ਤਾਂ ਆਪਦੀ ਸੁਲਤਾਨ ਨੂੰ ਮਤਲਬ ਦੇਗ ਵੰਡੀ। ਉੱਥੇ ਦੇਗ ਵੰਡ ਕੇ ਪੀਰ ਦੀ ਜਦੋਂ ਉੱਥੋਂ ਚੱਲੇ ਤਾਂ ਰਸਤੇ ਦੇ ਵਿੱਚ ਕੀ ਵੇਂਦੇ ਆ? ਇੱਕ ਕੁੱਬਾ ਤੇ ਕੁੱਬੀ ਤੁਰੇ ਆਉਂਦੇ ਆ। ਉਹ ਉਹਨਾਂ ਨੂੰ ਹੱਥ ਮਾਰਦੇ ਵੀ ਭਾਈ ਸਾਨੂੰ ਰਸਤਾ ਦੱਸ ਦੇ, ਕਿੱਥੇ ਜਾਣਾ ਹੈ? ਵੀ ਅਸੀਂ ਪੀਰ ਦੀ ਦਰਗਾਹ ਤੇ ਜਾਣਾ ਹੈ ਤੇ ਸਾਨੂੰ ਰਸਤਾ ਦੱਸ ਦਿਓ। ਉਹ ਕਹਿੰਦਾ ਹੈ ਰਸਤਾ ਭਾਲਦੇ, ਸਾਨੂੰ ਤਾਂ ਆਪ ਨੂੰ ਨਹੀਂ ਪਤਾ ਵੀ ਰਸਤਾ ਕਿੱਥੇ ਹੈ। ਹੈਂ? ਹੁਣ ਉਹ ਗਏ ਉੱਥੋਂ ਮਤਲਬ ਦਰਗਾਹ 'ਚੋਂ ਤਾਂ ਗਏ ਸੀ। ਜਦੋਂ ਮੁੜ ਕੇ ਫੇਰ ਮਤਲਬ ਉਹਨਾਂ ਨੇ ਫੇਰ ਪੁੱਛਿਆ ਤਾਂ ਪੀਰ ਕੁੱਬਾ ਬਣ ਕੇ ਖੜ ਗਿਆ। ਉਹ ਕਹਿੰਦਾ ਭਾਈ ਰਸਤਾ ਦੱਸ ਦਿਓ। ਕਹਿੰਦਾ ਜੀ ਰਸਤਾ ਸਾਨੂੰ ਤਾਂ ਆਪ ਨਹੀਂ ਪਤਾ। ਕਹਿੰਦਾ ਕਿੱਥੋਂ ਆਏ ਆ ਤੁਸੀਂ? ਕਹਿੰਦਾ ਅਸੀਂ ਦਰਗਾਹ ਤੋਂ। ਤੇ ਹੁਣ ਕਹਿੰਦਾ ਕਿੱਥੇ ਜਾਂਦੇ ਆ? ਕਹਿੰਦਾ ਘਰ ਨੂੰ। ਕਹਿੰਦਾ ਫਿਰ ਉਹ ਦਰਗਾਹ ਦਾ ਰਸਤਾ ਨਹੀਂ। ਜਦੋਂ ਭਾਈ ਇੰਨੀ ਗੱਲ ਕਹੀ, ਕਹਿੰਦਾ ਕੁੱਬੇ ਤੇ ਕੁੱਬੀ ਨੂੰ ਤਾਂ ਦੱਸ ਕੇ ਆਓ। ਮਗਰ ਭੱਜੇ ਜਾਂਦੇ ਤੇ ਕੁੱਬਾ ਤੇ ਕੁੱਬੀ ਵਗੇ ਜਾਂਦੇ ਆ। ਵਗੇ ਜਾਂਦੇ ਆ। ਉਹਨਾਂ ਨੂੰ ਜਾ ਕੇ ਦੱਸਤਾ ਵੀ ਪੀਰ ਦੀ ਦਰਗਾਹ ਤੇ ਰਸਤਾ ਇੱਧਰ ਹੈ। ਜਦੋਂ ਭਾਈ ਦਾ ਰਸਤਾ ਦੱਸਤਾ ਤਾਂ ਘਰੇ ਪਹੁੰਚ ਗਏ। ਘਰੇ ਪਹੁੰਚ ਗਏ ਤੇ ਘਰੇ ਜਾ ਕੇ ਉਹਦੇ ਘਰ ਵਾਲੀ ਨੇ ਮਤਲਬ ਆਪਦਾ ਮੰਗਿਆ ਕਿ ਸ਼ੈਲ ਸੀ ਵੀ ਮੈਨੂੰ ਮਾਲਕਾ ਰੂਪ ਰੰਗ ਦੇ, ਮੈਂ ਇਸ ਤਕਾਂ ਸੁੰਦਰ ਹੋ ਜਾ, ਅਤੀ ਸੁੰਦਰ ਹੋ ਜਾ। ਪੀਰ ਦੀ ਪੂਜਾ ਕਰਿਆ ਕਰੇ ਭਾਈ, ਪੂਜਾ ਕਰਿਆ ਕਰੇ, ਨਿੱਤ ਮੰਗਿਆ ਕਰੇ ਵੀ ਮੈਨੂੰ ਅਤੀ ਸੁੰਦਰ ਬਣਾ ਦੇ। ਇੱਕ ਦਿਨ ਕੀ ਹੋਇਆ, ਉਹਨੂੰ ਅਤੀ ਸੁੰਦਰ ਬਣਾਤਾ। ਅਤੀ ਸੁੰਦਰ ਬਣਾਤਾ, ਚੰਗੇ ਸੋਹਣੇ ਕੱਪੜੇ ਪਾਏ ਤਾਂ ਉਹਦਾ ਘਰ ਵਾਲਾ ਵੀ ਪੂਜਾ ਕਰਦਾ ਹੁੰਦਾ ਸੀ। ਜਦੋਂ ਪੂਜਾ ਕਰਦਾ ਤੇ ਦੋਨੇ ਜੀ ਬੈਠੇ, ਉਹ ਅਤੀ ਸੁੰਦਰ ਹੋ ਗਈ ਤੇ ਬੜੇ ਸੋਹਣੇ ਕੱਪੜੇ ਪਾਏ। ਇੱਕ ਬਾਦਸ਼ਾਹ ਆਇਆ ਜੰਗਲ ਦੇ ਵਿੱਚੋਂ। ਜੰਗਲ ਦੇ ਵਿੱਚੋਂ ਬਾਦਸ਼ਾਹ ਆਇਆ। ਉਹਨੇ ਕਿਹਾ ਵੀ ਐਸੀ ਸੁੰਦਰ ਨਾਰੀ ਬੈਠੀ ਹੈ, ਕੋਲੇ ਇੱਕ ਮਤਲਬ ਝਾਂਬੜ ਬੈਠਾ ਹੈ। ਉਹਨੇ ਭਾਈ ਉਹਨੂੰ ਆਪਦੇ ਘੋੜੇ ਮਗਰ ਬਾ ਲਿਆ। ਜਦੋਂ ਘੋੜੇ ਮਗਰ ਬਾ ਲਿਆ, ਰਾਜ ਭਾਗ ਦਾ ਮਤਲਬ ਮਾਲਕ ਬਣਾਉਣ ਲੱਗਾ ਤਾਂ ਉਹ ਹੁਣ ਭਗਵਾਨ ਪੀਰ ਨੂੰ ਯਾਦ ਕਰੀ ਜਾਂਦਾ ਹੈ। ਪੀਰ ਨੂੰ ਯਾਦ ਕਰਿਆ। ਪੀਰ ਕਹਿੰਦਾ ਦੱਸ ਤੈਨੂੰ ਕੀ ਭੀੜ ਪੈ ਗਈ? ਕਹਿੰਦਾ ਮਹਾਰਾਜ ਮੇਰੀ ਨਾਰੀ ਖੁੱਸ ਗਈ। ਕੌਣ ਲੈ ਗਿਆ? ਕਹਿੰਦਾ ਇੱਕ ਘੋੜੇ ਵਾਲਾ ਆਇਆ ਸੀ, ਉਹ ਮੇਰੀ ਨਾਰੀ ਲੈ ਗਿਆ। ਕਹਿੰਦਾ ਫੇਰ ਹੁਣ? ਕਹਿੰਦਾ ਮਹਾਰਾਜ ਉਹਨੂੰ ਸੂਰੀ ਬਣਾ ਦਿਓ। ਤਾਂ ਜਦੋਂ ਉਹਨੇ ਵੇਖਿਆ ਮਗਰ ਘੋੜੇ ਦੇ ਸੂਰੀ ਬੈਠੀ, ਉਹਨੇ ਕਿਹਾ ਉਹ ਤੁਹਾਡੀ ਭੈਣ ਨੂੰ ਆ ਤਾਂ ਕੋਈ ਇੱਲ ਬਲਾਰਨਾਮਾ ਪੰਗਾ ਲੈ ਲਿਆ। ਰਾਜੇ ਨੇ ਕਿਹਾ। ਉਹਨੇ ਮਾਰੀ ਕੂਣੀ ਤੇ ਥੱਲੇ ਸਿੱਟਤੀ ਤਾਂ ਹੁਣ ਉਹ ਝਾਕਦਾ ਹੈ। ਕਹਿੰਦਾ ਮਹਾਰਾਜ ਹੁਣ ਉਹਨੂੰ ਨਾਰੀ ਬਣਾ ਦਿਓ। ਮਤਲਬ ਫੇਰ ਮਿਹਨਤ ਕਰੀ, ਪੀਰ ਦੀ ਮਿਹਨਤ ਕਰੀ ਤਾਂ ਉਹਨੇ ਨਾਰੀ ਬਣਾਤੀ। ਨਾਰੀ ਬਣਾ ਕੇ ਤੇ ਆ ਗਈ ਤਾਂ ਹੁਣ ਜਿਹੜੀ ਮਤਲਬ ਪਿਛੋਕੜ ਸੀ ਉੱਥੇ ਹੀ ਫੇਰ ਆ ਗਈ। ਜੋ ਪੈਸੇ ਸੀ ਸਭ ਖਰਾਬ ਕਰ ਲਏ, ਦਿੱਤੇ ਪੀਰ ਨੇ, ਇੱਧਰ ਉੱਧਰ ਕਰਕੇ ਸਭ ਖਤਮ ਕਰ ਲਏ। ਤਾਂ ਲੱਕੜਹਾਰਾ ਲੱਕੜਾਂ ਫੇਰ ਵੜਦਾ ਤਾਂ ਵੇਖਦਾ ਕੀ ਹੈ ਵੀ ਐਸੇ ਤੱਕਾਂ ਫੇਰ ਕਿਤੇ ਆਊਗਾ ਤੇ ਫੇਰ ਚਿੱਠੇ ਤਾਰੂਗਾ। ਜਦੋਂ ਲੱਕੜਾਂ ਵੜਦਾ ਧੋ ਕੇ ਲਿਆ ਕੇ ਕੁਛ ਵੇਚ ਦਿੰਦਾ ਹੈ, ਕੁਛ ਆਪਦੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ, ਕੁਛ ਆਪਦਾ ਨਸ਼ਾ ਪੱਤਾ ਲਿਆਉਂਦਾ ਹੈ। ਤਾਂ ਇੱਕ ਬਜ਼ੁਰਗ ਆਇਆ। ਉਹ ਬਜ਼ੁਰਗ ਕਹਿੰਦਾ ਭਾਈ ਤੂੰ ਲੱਕੜਾਂ ਨਾ ਵੱਢਿਆ ਕਰ, ਦਰਖਤ ਨਾ ਵੱਢਿਆ ਕਰ, ਪਾਪ ਹੈ। ਵੀ ਇਹ
ਆਪਾਂ ਇਹਦੀ ਛਾਵੇਂ ਬਹਿਨੇ ਆ। ਹੂੰ ਉਹ ਕਹਿੰਦਾ ਕਰਾਂ ਕੀ, ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਹੂੰ ਹੋਰ ਕੋਈ ਕੰਮ ਨਹੀਂ ਹੁੰਦਾ, ਆਇਆ ਬੁੜੇ ਆਦਮੀ ਹੈ। ਹੂੰ ਤੇ ਪੀਰ ਤੇ ਦਾਨੀ ਉੱਡੇ ਜਾਂਦੇ ਆ, ਹੂੰ ਉੱਡੇ ਜਾਂਦੇ। ਹੁਣ 7 ਜਨਮਾਂ ਤੋਂ ਉਹਦੇ ਨਾਲ ਸੀ। ਹੂੰ ਦਾਨੀ ਕਹਿੰਦੀ ਮਹਾਰਾਜ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਹੂੰ ਵੀ ਦੱਸ। ਕਹਿੰਦੀ ਜੇ ਇਹਨੂੰ ਤਾਰਿਓ। ਕਹਿੰਦਾ ਤਾਰਿਆ ਸੀ ਦਾਨੀ, ਹੂੰ ਇਹ ਹੈ ਨਹੀਂ ਲਾਇਕ, ਇੰਨੀ ਲਾਇਕ ਵਾਲਾ ਹੈ ਨਹੀਂ ਇਹ, ਹੂੰ ਇਹਨੂੰ ਬਹੁਤ ਕੁਝ ਦਿੱਤਾ ਸੀ ਮੈਂ, ਹੂੰ ਇਹ 'ਤੇ ਬਹੁਤ ਦਇਆ ਕਰੀ ਸੀ, ਪਰ ਇਹਨੇ ਮਤਲਬ ਸੰਭਲਿਆ ਨਹੀਂ। ਹੂੰ ਕਹਿੰਦੀ ਵੀ ਹੁਣ ਮੇਰੇ ਆਖੇ ਇੱਕ ਵਾਰੀ ਇਹਨੂੰ ਫੇਰ ਤਾਰ। ਹੂੰ ਕਹਿੰਦਾ ਦਾਨੀ ਜਿੱਦ ਨਾ ਕਰ, ਇਹ ਹੈ ਨਹੀਂ ਸੰਭਾਲਣਾ। ਹੂੰ ਕਹਿੰਦੀ ਮਹਾਰਾਜ ਇੱਕ ਵਾਰੀ ਬੇਨਤੀ ਹੈ। ਹੂੰ ਉਹ ਕਹਿੰਦਾ ਦਾਨੀ ਤੂੰ ਜਿੱਦ ਨਾ ਕਰ, ਹੂੰ ਹੈ ਨਹੀਂ ਮਤਲਬ ਇਹ ਸਿਹਤ ਕਰਨ ਵਾਲਾ। ਹੂੰ ਕਰਦੇ ਕਰਾਉਂਦੇ ਭਾਈ ਉਹਨੇ ਨਾਲੇ ਤਾਂ ਦਾਨੀ ਨੂੰ ਸਜ਼ਾ ਦੇਤੀ, ਹੂੰ ਨਾਲੇ ਉਹ ਲਕੜਹਾਰੇ ਨੂੰ। ਜਦੋਂ ਦਾਨੀ ਆਪਦੇ ਘਰੇ ਆਈ, ਘਰੇ ਆਈ ਤੇ ਆਪਦਾ ਪੋਤਾ ਚੱਕਣ ਲੱਗੀ ਹੂੰ ਤਾਂ ਕੁਦਰਤ ਮਾਲਕ ਦੇ ਪੀਰ ਨੇ ਕਿਹਾ ਵੀ ਇਹਨੂੰ ਦੱਸ ਗਏ ਹੈ। ਹੂੰ ਇਹ 11ਵੀਂ ਭੁੱਲ ਜਾਂਦੀ ਹੈ ਹੂੰ ਹਰ ਵਾਰੀ, ਕਿੰਨੇ ਵਾਰੀ ਇਹਨੂੰ ਮਾਫ ਕਰਤਾ। ਹੂੰ ਤਾਂ ਪੀਰ ਨੇ ਪੋਤੇ ਨੂੰ ਆਂਝ ਪਾ ਲਈ, ਹੂੰ ਆਂਝ ਪਾ ਲਈ, ਕਮਲ ਮਾਰੇ ਪੋਤਾ। ਹੂੰ ਉਹ ਬੁੱਕਲ 'ਚ ਬਥੇਰਾ ਲਵੇ ਪਰ ਕੋਈ ਉਜਰ ਨਾ ਚੱਲਿਆ। ਹੂੰ ਉਜਰ ਨਾ ਚੱਲਿਆ ਤਾਂ ਕਰਦੀ ਕਰਾਉਂਦੀ ਜਦੋਂ ਚੱਲੀ ਗਿਆ ਕੰਮ, ਇਹ ਹੂੰ ਚੱਲੀ ਗਿਆ ਤੇ ਪੀਰ ਆਇਆ। ਪੀਰ ਆਣ ਕੇ ਕਹਿੰਦਾ ਦਾਨੀ ਤੈਨੂੰ ਮੈਂ ਕੀ ਆਖਿਆ ਸੀ? ਹੂੰ ਕਹਿੰਦੀ ਮਹਾਰਾਜ ਪਹਿਲਾਂ ਮੇਰੀ ਇੱਕ ਮੰਗ ਆ, ਇਹਨੂੰ ਠੀਕ ਕਰੋ। ਹੂੰ ਤੈਨੂੰ ਮੈਂ ਕੀ ਕਿਹਾ ਸੀ? ਨਾ ਪੰਗਾ ਲੈ। ਹੂੰ ਕਹਿੰਦਾ ਜਾ ਕੇ ਦੇਖ ਜਿਹਨੂੰ ਤਾਰਿਆ ਸੀ ਹੂੰ ਹੈ, ਹੂੰ ਸਾਰਾ ਤਾਂ ਆਪਦਾ ਪਰਿਵਾਰ ਮਾਰਤਾ ਹੈ, ਹੂੰ ਨਾਲੇ ਬੱਚੇ ਮਾਰਤੇ। ਹੂੰ ਹੁਣ ਕਹਿੰਦਾ ਜੰਗਲ 'ਚ ਬੈਠਾ ਹੈ, ਹੂੰ ਲੁਕਿਆ। ਉਹਨੂੰ ਮਤਲਬ ਫੜਨਾ ਹੈ ਹੂੰ ਸਰਕਾਰੀ ਮੁਲਾਜ਼ਮਾਂ ਨੇ। ਹੂੰ ਐਂ ਕਹਿ ਕੇ ਪੀਰ ਭਾਈ ਜਦੋਂ ਚੱਲਿਆ, ਕਹਿੰਦੀ ਚਲੋ ਮਹਾਰਾਜ। ਜਦੋਂ ਬੱਚਾ ਠੀਕ ਕਰਤਾ ਤੇ ਜਦੋਂ ਗਏ ਵੇਖਿਆ ਹੂੰ ਤੇ ਕਮਲ ਮਾਰੀ ਜਾਂਦਾ ਹੈ। ਹੂੰ ਕਮਲ ਮਾਰੀ ਜਾਂਦਾ। ਉਹ ਕਹਿੰਦਾ ਓਹੋ ਹੋ, ਕਹਿੰਦੀ ਮਹਾਰਾਜ ਆ ਤਾਂ ਮਤਲਬ ਇਹਦਾ ਦੁੱਖ ਨੂੰ ਮਾਰਨ ਵਾਲਾ। ਉਹ ਕਹਿੰਦਾ ਕਮਲ ਤੂੰ ਚੱਲ ਇੱਥੋਂ। ਹੂੰ ਜਿਉਂ ਚੱਲੇ ਉੱਥੋਂ, ਚਲੋ ਚਾਲ ਤੁਰੇ ਜਾਂਦੇ ਆ ਹੂੰ ਤਾਂ ਕੀ ਵੇਂਦੇ ਆ, ਇੱਕ ਮਤਲਬ ਹਿਰਨ ਤੇ ਹਿਰਨੀ ਫਿਰਦੇ ਆ। ਹੂੰ ਮਿਰਗ ਦੇ ਮਤਲਬ ਸ਼ਿਕਾਰੀ ਨੇ ਗੋਲੀ ਮਾਰੀ ਹੂੰ ਤਾਂ ਮਿਰਗ ਤੜਫੀ ਜਾਂਦਾ ਹੈ। ਹੂੰ ਤੜਫੀ ਜਾਂਦਾ ਤਾਂ ਵੇਖ ਕੇ ਪੀਰ ਕਹਿੰਦਾ ਵੀ ਆਹ ਤਾਂ ਬਹੁਤ ਮਾੜੀ ਗੱਲ ਹੋਈ। ਦਾਨੀ ਕਹਿੰਦੀ ਮਹਾਰਾਜ ਹੂੰ ਇਹਨੂੰ ਜੀਵਤ ਕਰੋ, ਹੂੰ ਕਿਵੇਂ ਕਰੋ ਕਿਵੇਂ ਨਾ ਕਰੋ, ਇਹਦੀ ਰੱਖਿਆ ਕਰੋ। ਦਾਨੀ ਮਤਲਬ ਜਿੱਦ ਕਰਕੇ ਖੜ ਜਾਂਦੀ ਹੈ। ਹੂੰ ਜਦੋਂ ਜਿੱਦ ਕਰਕੇ ਖੜ ਗਈ, ਉਹ ਕਹਿੰਦੀ ਉਹਨਾਂ ਚੱਕਰ ਮੈਂ ਤੁਹਾਡੇ ਨਾਲ ਨਹੀਂ ਤੁਰਨਾ ਜਿੰਨਾ ਚੱਕਰ ਇਹਨੂੰ ਜੀਵਤ ਨਹੀਂ ਕਰਦੇ। ਹੂੰ ਉਹਨੇ ਭਾਈ ਜਾ ਕੇ ਹਰਨ ਤੇ ਮਾਰਿਆ ਹੱਥ, ਹਰਨ ਠੀਕ ਹੋ ਗਿਆ। ਹੂੰ ਉੱਠਿਆ ਆਪਦੀ ਡਾਰ 'ਚ ਮਤਲਬ ਭੱਜ ਗਿਆ। ਹੂੰ ਜਦੋਂ ਡਾਰ 'ਚ ਭੱਜ ਗਿਆ, ਵੇਖ ਕੇ ਸ਼ਿਕਾਰੀ ਕੰਨੀ ਕਹਿੰਦਾ ਉਹ ਸ਼ਿਕਾਰੀ ਇਹ ਕੀ ਕੀਤਾ? ਕਹਿੰਦਾ ਤੂੰ ਕੌਣ? ਕਹਿੰਦਾ ਤੂੰ ਇਸ ਗੱਲ ਤੋਂ ਕੀ ਲੈਣਾ? ਤੂੰ ਮਤਲਬ ਆਹ ਗੋਲੀ ਕਿਉਂ ਚਲਾਈ ਜਾਨਵਰ ਤੇ? ਹੂੰ ਕਹਿੰਦਾ ਮਹਾਰਾਜ ਅਸੀਂ ਖਾਣਾ ਸੀ। ਹੂੰ ਕਹਿੰਦਾ ਕੀ ਮਾਸ ਖਾਣਾ ਸੀ? ਕਹਿੰਦਾ ਹਾਂਜੀ। ਕਹਿੰਦਾ ਉਹ ਬਹੁਤ ਪਾਪ ਆਏ ਤਾਂ, ਇਹ ਤਾਂ ਤੇਰੇ ਵਾਸਤੇ ਲੱਜਾ ਮਾੜੀ ਹੈ। ਜਦੋਂ ਭਾਈ ਉੱਥੋਂ ਤੁਰਿਆ ਜਾਂਦਾ, ਤੁਰਿਆ ਚੱਲ ਪਏ, ਉਹਨੂੰ ਸ਼ਿਕਾਰੀ ਨੂੰ ਕਹਿੰਦਾ ਜਾ, ਕਹਿੰਦਾ ਅੱਖਾਂ ਤੋਂ ਬਸੀਰ ਹੋ ਜਾਏਗਾ। ਘਰੇ ਜਾਂਦਾ, ਤੁਰਿਆ ਜਾਂਦਾ ਹੈ, ਤੁਰਿਆ ਜਾਂਦਾ ਤੇ ਅੱਖਾਂ ਤੋਂ ਬਸੀਰ ਹੋ ਗਿਆ। ਜਦੋਂ ਅੱਖਾਂ ਤੋਂ ਬਸੀਰ ਹੋ ਗਿਆ ਤਾਂ ਘਰੇ ਜਾ ਕੇ ਬੁੜੀਆਂ ਕਹਿੰਦੀਆਂ ਤੈਨੂੰ ਕੀ ਹੋ ਗਿਆ ਹੈ? ਕਹਿੰਦੀ ਤੈਨੂੰ ਮੈਂ ਦੱਸਾਂ ਕਿ ਮੈਂ ਚੱਕਾਂ ਕਰਕੇ ਇੱਕ ਮਿਰਗ ਦੇ ਗੋਲੀ ਮਾਰੀ ਸੀ। ਉਹ ਮਿਰਗ ਮਤਲਬ ਇੱਕ ਸਾਧੂ ਆਇਆ, ਸਾਧੂ ਨੇ ਉਹਨੂੰ ਜਿਉਂਦਾ ਕਰਤਾ। ਜਿਉਂਦਾ ਕਰਤਾ ਤਾਂ ਮੈਨੂੰ ਕਹਿੰਦਾ ਵੀ ਤੂੰ ਗੋਲੀ ਕਿਉਂ ਚਲਾਈ? ਮੈਂ ਉਹਨੂੰ ਦੱਸ ਬੈਠਾ ਵੀ ਅਸੀਂ ਖਾਣਾ ਸੀ। ਕਹਿੰਦਾ ਜਾ ਘਰ ਤੱਕ ਜਾਂਦਾ ਤੂੰ ਮਤਲਬ ਅੱਖਾਂ ਤੋਂ ਬਸੀਰ ਹੋ ਜਾਏਗਾ।
ਕਹਿੰਦੀ ਓਹੋ ਕਹਿੰਦੀ ਸਾਧੂ ਗਿਆ ਕਿੱਧਰ? ਹੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਜੰਗਲ ਰੋਹੀ ਵੀ ਆ ਬਾਣ ਦੇ ਵਿੱਚ ਕਰਤਾ। ਹੂੰ ਜਿਉਂ ਚੱਲੇ ਉੱਥੋਂ ਦੋਨੇ ਜੀ ਫੜੀ ਆਉਂਦੀ ਆ ਬਾਣ, ਫੜੀ ਆਉਂਦੀ ਆ ਤੇ ਦਾਨੀ ਕਹਿੰਦੀ ਮਹਾਰਾਜ ਉਹਦਾ ਪਤੀ ਮਤਲਬ ਤੁਸੀਂ ਇੰਨਾ ਕਰਤਾ, ਹੁਣ ਉਹ ਆਉਂਦੀ ਹੈ ਹੂੰ ਲਈ ਆਉਂਦੀ ਆ ਉਹਨੂੰ। ਹੂੰ ਕਹਿੰਦਾ ਦਾਨੀ ਉਹਨੂੰ ਸਜ਼ਾ ਦਿੱਤੀ ਹੈ, ਹੂੰ ਕਿਸੇ ਨੂੰ ਮਾਰਨਾ 10 ਗੁਣੇ ਪਾਪ ਹੈ। ਹੂੰ ਜਦੋਂ ਆਪਾਂ ਕਿਸੇ ਬੰਦੇ ਨੂੰ ਮਾਰਦੇ ਆ ਤਾਂ 100 ਗੁਣੇ ਪਾਪ ਹੈ। ਇੱਕ ਆਤਮਾ ਪਰਮਾਤਮਾ ਦੀ ਰੂਹ ਹੈ ਇਹ ਹੂੰ ਜਿਹੜਾ ਮਰਦਾ। ਜਦੋਂ ਮਰਦ ਨੂੰ ਮਾਰਦੇ ਆ ਜਾਂ ਜਨਾਨੀ ਨੂੰ ਮਾਰਦੇ ਆ, ਮਾਨਸ ਦੇਹ ਨੂੰ ਮਾਰਦੇ ਆ, ਤਾਂ ਉਹਦਾ ਕਹਿੰਦਾ 100 ਗੁਣੇ ਪਾਪ ਲੱਗਦਾ ਹੈ। ਹੂੰ ਤਾਂ ਇਹ ਤਾਂ ਜਾਨਵਰ ਹੈ, ਹੂੰ ਇਹ ਤਾਂ ਹਰ ਟਾਈਮ ਮਤਲਬ ਬੂਟੇ ਨੂੰ ਵੀ ਖਾਂਦੇ ਆ, ਹਰ ਇੱਕ ਨੂੰ ਕਰਦੇ ਆ, ਇਹ ਕਿਹੜਾ ਪਾਪ ਨਹੀਂ ਕਰਦੇ ਆ। ਪਰ ਗੱਲ ਇੰਨੀ ਆ ਵੀ ਤੂੰ ਬਹੁਤ ਮਾੜੀ ਗੱਲ ਕਰੀ। ਹੂੰ ਕਹਿੰਦਾ ਮਹਾਰਾਜ ਮੈਥੋਂ ਗਲਤੀ ਹੋ ਗਈ, ਅੱਗੇ ਨੂੰ ਮੈਂ ਇਦਾਂ ਨਹੀਂ ਕਰੂੰਗਾ। ਹੂੰ ਉਹਨੇ ਮਾਰਿਆ ਹੱਥ ਤੇ ਨਜ਼ਰ ਤੋਂ ਰਿਹਾ ਕਰਤਾ। ਹੂੰ ਜਦੋਂ ਰਿਹਾ ਕਰਤਾ ਤਾਂ ਅੱਗੇ ਤੁਰੇ ਜਾਂਦੇ ਆ, ਹੂੰ ਅੱਗੇ ਤੁਰੇ ਜਾਂਦੇ ਆ ਤਾਂ ਤੁਰੇ ਜਾਂਦੇ ਵੇਖਦੇ ਆ ਬੋੜ ਦੇ ਉੱਤੇ ਜਿੰਨ ਬੈਠਾ ਹੈ। ਹੂੰ ਜਿੰਨ ਬੈਠਾ ਤਾਂ ਜਿੰਨ ਮਤਲਬ ਇੱਕ ਜਨਾਨੀ ਨੂੰ ਚੱਕੀ ਜਾਂਦਾ ਹੈ, ਹੂੰ ਚੱਕ ਕੇ ਲਿਆ ਕੇ ਉਹਨੂੰ ਮਤਲਬ ਹੇਠਲੇ ਪਿਆਲ ਵੜਦਾ ਹੈ। ਹੂੰ ਤਾਂ ਤੁਰੇ ਜਾਂਦੇ ਵੇਖੀ ਜਾਂਦੇ ਆ ਉਹਨੂੰ। ਜਦੋਂ ਉਹ ਹੇਠਲੇ ਪਿਆਲ ਗਿਆ, ਹੂੰ ਜਾ ਕੇ ਜਿੰਨ ਹੇਠਲੇ ਪਿਆਲ ਵੜ ਗਿਆ। ਦਾਨੀ ਕਹਿੰਦੀ ਮਹਾਰਾਜ ਵੀ ਇਹਦਾ ਖਹਿੜਾ ਛਡਾਓ, ਹੂੰ ਕਿਸੇ ਤਰੀਕੇ ਨਾਲ ਛਡਾਓ। ਹੂੰ ਕਹਿੰਦੇ ਭਾਈ ਹੁਣ? ਕਹਿੰਦਾ ਹਾਂ ਜੀ। ਜਦੋਂ ਉੱਥੋਂ ਜਿਉਂ ਚੱਲੇ ਜਾ ਕੇ ਤੇ ਭਾਈ ਖੂਹ 'ਚ ਉਤਰ ਜਾਂਦੇ ਆ ਜਿੰਨ ਦੇ ਮਗਰ। ਹੂੰ ਜਿੰਨ ਦੇ ਮਗਰ ਉਤਰ ਜਾਂਦੇ ਆ ਤਾਂ ਕਹਿੰਦੀ ਜੀ ਕਿਵੇਂ ਕਰੋ ਕਿਵੇਂ ਨਾ ਕਰੋ, ਇਹਦਾ ਖਹਿੜਾ ਛਡਾਓ ਜਨਾਨੀ ਦਾ, ਹੂੰ ਇਹ ਤਾਂ ਬਹੁਤ ਮਾੜੀ ਗੱਲ ਹੈ। ਹੂੰ ਤਾਂ ਬੈਠੇ ਬੈਠੇ ਜਦੋਂ ਥੱਲੇ ਉਤਰ ਗਏ, ਉਤਰ ਕੇ ਵੇਖਦੇ ਆ ਜਿੰਨ ਮਤਲਬ ਜਨਾਨੀ ਦੇ ਪੱਟ ਦੇ ਸਿਰਹਾਣੇ ਤੇ ਲਾ ਕੇ ਤੇ ਜਿੰਨ ਪਿਆ। ਹੂੰ ਜਿੰਨ ਪਿਆ ਤਾਂ ਪੀਰ ਉਹਨੂੰ ਕਹਿੰਦਾ ਦਾਨੀ ਨੂੰ ਵੀ ਕਹਿੰਦਾ ਬਾਜ਼ ਮਾਰ। ਹੂੰ ਉਹ ਕਹਿੰਦੀ ਮਹਾਰਾਜ ਜੇ ਮੈਂ ਬਾਜ਼ ਮਾਰੀ ਤਾਂ ਮੈਨੂੰ ਖਾ ਜਾਊਗਾ। ਹੂੰ ਤੁਸੀਂ ਅੰਤਰਜਾਮੀ ਆ, ਤੁਸੀਂ ਮਤਲਬ ਇਹਨੂੰ ਕਰੋ ਜੋ ਕੁਛ ਕਰਦੇ ਆ, ਤੁਸੀਂ ਪਾਵਰ ਦੇ ਮਾਲਕ ਹੈ, ਹੂੰ ਮੇਰੇ ਕੋਲੇ ਕੀ ਹੈ। ਹੂੰ ਕਹਿੰਦਾ ਦਾਨੀ ਤੂੰ ਬਾਜ਼ ਤਾਂ ਮਾਰ। ਹੂੰ ਜਦੋਂ ਬਾਜ਼ ਮਾਰੀ ਬਾਜ਼ ਤਾਂ ਪੀਰ ਨੇ ਮਾਰਿਆ ਹਨੋਰਾ ਹੂੰ ਤੇ ਜਿੰਨ ਦੀ ਜਿਹੜੀ ਸ਼ਕਤੀ ਸੀ ਅੱਧੀ ਖੋਲੀ। ਹੂੰ ਅੱਧੀ ਖੋਲੀ ਤਾਂ ਵੇਖਦਾ ਹੈ ਚਾਰ ਚਪੀਰਾ ਵੀ ਆਹ ਕੀ ਹੋ ਗਿਆ, ਮੇਰੇ ਨਾਲ ਕੀ ਚਾਂਸ ਪਿਆ। ਜਿੰਨ ਹੂੰ ਵੇਖਦਾ ਤਾਂ ਉੱਠ ਕੇ ਉਹ ਜਨਾਨੀ ਖੜੀ ਹੋ ਜਾਂਦੀ ਹੈ। ਹੂੰ ਉੱਠ ਕੇ ਉਹ ਜਨਾਨੀ ਖੜੀ ਹੋ ਜਾਂਦੀ ਵੀ ਤੁਸੀਂ ਮਤਲਬ ਇਸ ਤਰ੍ਹਾਂ ਕਰਕੇ ਸਾਡਾ ਮਗਰਾ ਕੀਤਾ ਹੈ, ਹੂੰ ਤੁਸੀਂ ਹੈ ਕੌਣ? ਹੂੰ ਉਹ ਕਹਿੰਦਾ ਭਾਈ ਤੈਨੂੰ ਜਨਾਨੀ ਜਾਤ ਜਨਾਨੀ ਦੀ ਪੱਖ ਕਰਦੀ ਆ, ਹੂੰ ਆਹ ਬੁੜੀ ਨੇ ਮੈਨੂੰ ਕਹਿਤਾ ਹੂੰ ਸਾਨੂੰ ਤੇਰੇ ਮਗਰ ਆਉਣਾ ਪਿਆ ਹੂੰ ਵੀ ਤੈਨੂੰ ਚੱਕ ਕੇ ਲਈ ਜਾਂਦਾ ਹੈ। ਹੂੰ ਕਹਿੰਦੀ ਮਹਾਰਾਜ ਇਸ ਤਰ੍ਹਾਂ ਕਰਕੇ ਪਹਿਲਾਂ ਇਹਨੇ ਮੇਰਾ ਪਤੀ ਖਾਧਾ, ਫਿਰ ਇਹਨੇ ਮੇਰੇ ਬੱਚੇ ਖਾਧੇ ਹੂੰ ਹੈਂ, ਹੂੰ ਹੁਣ ਲਾਸਟ ਇਹ ਮੈਨੂੰ ਮਤਲਬ ਉੱਥੋਂ ਚੱਕ ਲਿਆ, ਹੂੰ ਚੱਕ ਕੇ ਲਿਆ ਕੇ ਤੇ ਹੇਠਲੇ ਪਿਆਲ ਵੜ ਗਿਆ। ਹੂੰ ਹੇਠਲੇ ਪਿਆਲ ਵੜ ਗਿਆ ਤਾਂ ਹੁਣ ਦੱਸੋ ਮੈਂ ਮਤਲਬ ਕਿੱਧਰ ਜਾਵਾਂ? ਹੂੰ ਜੇ ਮੈਂ ਇੱਥੇ ਰਹਿਣੀ ਹੈ ਹੂੰ ਤਾਂ ਇਹ ਮੈਨੂੰ ਖਾ ਜੂਗਾ, ਜਿੱਦੇ ਇਹਨੂੰ ਕੁਛ ਨਾ ਥਿਆ ਉੱਦੇ ਖਾ ਜੂਗਾ। ਹੂੰ ਮੇਰਾ ਮਤਲਬ ਧਾਰ ਕਰਕੇ ਜਾਓ, ਹੂੰ ਜਿਆਦਾ ਆਧਾਰ ਹੋ ਜੂਗਾ, ਪਰ ਸ਼ਰਤ ਇੱਕ ਹੈ ਹੂੰ ਵੀ ਤੂੰ ਇਸ ਤਰ੍ਹਾਂ ਕਰਕੇ ਇਹਨੂੰ ਕਿਤੇ 11ਵੀਂ ਗਈ ਹੈ? ਹੂੰ ਕਹਿੰਦੀ ਮਹਾਰਾਜ ਮੈਂ 11ਵੀਂ ਜਾਇਆ ਕਰੂੰਗੀ। ਹੂੰ ਜਾਇਆ ਕਰੇਂਗੀ? ਕਹਿੰਦੇ ਹਾਂਜੀ। ਕਹਿੰਦਾ ਲੈ ਮੈਂ ਇਹਨੂੰ ਰੋਚਦਾ। ਹੂੰ ਜਿੰਨ ਨੂੰ ਲੈ ਕੇ ਜਦੋਂ ਜਿੰਨ ਨਾਲ ਟੱਕਰ ਲੈਂਦਾ ਹੂੰ ਤਾਂ ਜਿੰਨ ਦਾ ਰਾਤ ਨੂੰ ਮਤਲਬ ਜ਼ੋਰ ਹੁੰਦਾ ਹੈ। ਹੂੰ ਰਾਤ ਦਾ ਪਹਿਰੇ 'ਚ ਜਿੰਨ ਜਿੱਤ ਜਾਂਦਾ, ਦਿਨ ਦੇ ਪਹਿਰੇ 'ਚ ਪੀਰ ਜਿੱਤ ਜਾਂਦਾ ਹੈ। ਹੂੰ ਦੋਨਾਂ ਦੀ ਟੱਕਰ ਲੱਗੀ ਰਹਿੰਦੀ ਹੈ। ਹੂੰ ਟੱਕਰ ਲੱਗੀ ਰਹਿੰਦੀ ਹੈ ਤਾਂ ਇੱਕ ਪੜਦੰਗ
ਜਨ ਆਇਆ ਜਿਹੜਾ ਉਹਦਾ ਗੁਰੂ ਸੀ। ਜਦੋਂ ਆਣ ਕੇ ਉਹਨੂੰ ਕਹਿਣ ਲੱਗਾ, ਉਹ ਕਹਿੰਦਾ ਗੱਲ ਸੁਣ, ਤੂੰ ਐਡੇ ਦੇਵਤੇ ਨਾਲ ਪੰਗਾ ਲਿਆ ਜਨ ਨੂੰ ਆਂਦਾ, ਤੇ ਤੈਨੂੰ ਸਮਝ ਨਹੀਂ ਆਉਂਦੀ? ਕਹਿੰਦਾ ਕੀ? ਕਹਿੰਦਾ ਮੈਨੂੰ ਕੀ ਪਤਾ ਵੀ ਇਹ ਦੇਵਤਾ, ਕਹਿੰਦਾ ਜਿਹਨੇ ਤੇਰੇ ਨਾਲ ਟੱਕਰ ਲੈ ਲਈ ਹੈ, ਤੂੰ 4 ਕੂਟਾਂ ਦਾ ਮਾਲਕ ਹੈ, 4 ਕੂਟਾਂ 'ਚ ਜਾਣਾ ਹੈ, 4 ਕੂਟਾਂ 'ਚ ਕੋਈ ਮਰਦ ਨਹੀਂ ਛੱਡਿਆ, ਤੇ ਰੋਹੀ ਦਾ ਦਰਖਤ ਨਹੀਂ ਛੱਡਿਆ ਹੈ, ਤੇ ਤੂੰ ਮਤਲਬ ਇਹ ਕੀ ਕੀਤਾ? ਕਹਿੰਦਾ ਯਾਰ ਹੁਣ ਫਿਰ ਗੁਰੂ ਜੀ, ਕਹਿੰਦਾ ਇਹ ਤਾਂ ਮੇਰਾ ਖਹਿੜਾ ਛਡਾ, ਕਹਿੰਦਾ ਇਹਨੂੰ ਮੈਂ ਕਹਿ ਦਿੰਦਾ, ਪਰ ਸ਼ਰਤ ਇਹ ਹੈ ਵੀ ਜਿਹੜੀ ਗੱਲ ਇਹ ਕਹੂਗਾ ਉਹ ਕਰਨੀ ਪਊ। ਕਹਿੰਦਾ ਜੀ ਕਰ ਲਾਂਗੇ। ਕਹਿੰਦਾ ਵੀ ਗੱਲ ਇੰਨੀ ਆ, ਜਨ ਨੂੰ ਆਂਦਾ ਵੀ ਜਦੋਂ ਪੀਰ ਨਾਲ ਗੱਲ ਕਰੀ ਪੀਰ ਭਾਈ ਜਿੱਤ ਗਿਆ ਦਿਨ ਦੇ ਖਾੜੇ 'ਚ, ਜਿੱਤ ਗਿਆ ਤਾਂ ਉਹਨੂੰ ਕਹਿੰਦਾ ਵੀ ਦੱਸੋ ਕੀ ਮੰਗਦੇ ਆ ਤੁਸੀਂ? ਕਹਿੰਦਾ ਵੀ ਸਾਡੀ ਮੰਗ ਤਾਂ ਉਹ ਜਨਾਨੀ ਛੱਡੀ। ਕਹਿੰਦਾ ਓਹੋ, ਜਿਹੜਾ ਕੁਛ ਮੈਂ ਚੱਕ ਕੇ ਲਿਆਇਆ ਸੀ ਤੂੰ ਤਾਂ ਉਹੀ ਮੰਗ ਲਿਆ, ਮੈਂ ਤਾਂ ਇਹਦੇ ਆਸਰੇ ਦਿਨ ਕੱਟਣੇ ਸੀ। ਕਹਿੰਦਾ ਇਹਦੇ ਆਸਰੇ ਦਿਨ ਨਹੀਂ ਕੱਟਣੇ ਸੀ, ਪਹਿਲਾਂ ਇਹਦਾ ਪਤੀ ਖਾਧਾ, ਫਿਰ ਇਹਦੇ ਬੱਚੇ ਖਾਧੇ, ਹੁਣ ਜਿੱਦੇ ਤੈਨੂੰ ਕੁਛ ਨਾ ਮਿਲਿਆ ਤੂੰ ਇਹਨੂੰ ਖਾ ਜਾਏਗਾ। ਇਹਨੂੰ ਮਿਹਰਬਾਨੀ ਕਰਕੇ ਨਹੀਂ ਛੱਡ ਦੇ ਇਹਨੂੰ ਭਾਈ। ਕਹਿੰਦਾ ਛੱਡ ਤਾਂ ਮੈਂ ਦਿਨਾਂ, ਤੁਸੀਂ ਜਾਓਗੇ ਕਿਵੇਂ? ਕਹਿੰਦਾ ਜਿਵੇਂ ਆਏ ਆ। ਕਹਿੰਦਾ ਚੰਗਾ ਐਂ ਕਰ, ਜਨ ਕਹਿੰਦਾ ਵੀ ਆ ਕਸਟਮਨੀ ਲੈ ਜਾ, ਜਿਹਦੀ ਪਾਵਰ ਨਾਲ ਤੁਸੀਂ ਤਾਂ ਜਾਓਗੇ। ਕਸਟਮਨੀ ਦੇਤੀ, ਕਸਟਮਨੀ ਪੀਰ ਨੂੰ ਦੇਤੀ, ਤੇ ਮਤਲਬ ਜਿਉਂ ਚੱਲੇ ਉੱਥੋਂ ਤਿੰਨੇ ਲੈ ਕੇ ਬਾਹਰ ਆ ਗਏ ਤਾਂ ਜਨ ਸੋਚਦਾ ਵੀ ਓਹੋ ਯਾਰ ਇਹ ਤਾਂ ਗੱਲ ਮਾੜੀ ਕਰ ਲਈ ਵੀ। ਹੁਣ ਬੈਠਾ ਜਨ ਜਿਉਂ ਚੱਲਿਆ ਤਲਾਈ 'ਚ ਚਲਿਆ ਗਿਆ। ਤਲਾਅ ਜਨ ਦਾ ਸੀਗਾ ਆਪਦਾ ਬਣਾਇਆ, ਰੋਹੀ ਬੀਆ ਬਾਣ ਦੇ ਵਿੱਚ। ਉੱਥੇ ਪਾਣੀ, ਜਦੋਂ ਪਾਣੀ ਪੀਂਦਾ ਸੀ, ਨਹਾਉਂਦਾ ਧੋਂਦਾ ਸੀ। ਤੇ ਸਾਧੂ ਇੱਕ ਇਸ ਤਰ੍ਹਾਂ ਕਰਕੇ ਰੋਹੀ ਬੀਆ ਬਾਣ ਦੇ ਵਿੱਚ ਮਾਂ ਪੁੱਤ, 4 ਪੁੱਤ ਹੈ, ਇੱਕ ਮਾਂ, ਪਿੰਡੋਂ ਕੱਢਤੇ ਤਾਂ ਬੈਠੇ ਰੋਹੀ ਬੀਆ ਬਾਣ ਦੇ ਵਿੱਚ। ਤੇ ਮਾਂ, ਰਾਤ ਦਾ ਟਾਈਮ ਹੈ, ਮਾਂ ਕਹਿੰਦੀ ਪੁੱਤ ਪਾਣੀ ਦੀ ਪਿਆਸ ਲੱਗੀ ਵੀ ਜੇ ਪਾਣੀ ਲੈ ਕੇ ਆਵੇਂ। ਕਹਿੰਦਾ ਮਾਂ ਇਹ ਕਿਹੜੀ ਗੱਲ ਆ? ਪਹਿਰੇ ਤੇ ਖੜਾ ਸੀ ਉਹ ਰਾਤ ਨੂੰ ਵੀ ਕੋਈ ਕੀੜਾ ਕੰਡਾ ਜਾਂ ਕੋਈ ਕੁਛ ਸਖਤ ਨਹੀਂ ਆਸਣ ਲਾਏ ਵੀ ਸੀ, ਘਾਹ ਫੂਸ ਦੇ ਹੈ ਵੀ ਕੋਈ ਆਣ ਕੇ ਵਿੱਚ ਨਾ ਵੜ ਜੇ, ਜੰਗਲ ਦਾ ਕੰਮ ਸੀ। ਜਦੋਂ ਭਾਈ ਵੇਖਦੇ ਤੁਰੇ ਜਾਂਦੇ ਆ, ਵੇਖਦਾ ਉਹ ਕਹਿੰਦਾ ਮਾਂ ਮੈਂ ਪਾਣੀ ਲਿਆਉਣਾ, ਤੂੰ ਜਰੈਂਦ ਰੱਖ। ਜਦੋਂ ਚੱਕੀ ਗਾਗਰ ਚੱਕ ਕੇ ਤੁਰਿਆ ਜਾਂਦਾ, ਥੱਲੇ ਪਹਾੜੀ ਦੇ ਥੱਲੇ ਤੁਰਿਆ ਜਾਂਦਾ, ਕਿੱਥੇ ਪਹੁੰਚ ਗਿਆ? ਜਿੱਥੇ ਉਹ ਜਨ ਦਾ ਤਲਾਅ ਸੀ। ਜਨ ਦੇ ਤਲਾਅ ਤੇ ਪਹੁੰਚ ਗਿਆ। ਉਹਨੇ ਜਾ ਕੇ ਪਹਿਲਾਂ ਤਾਂ ਇਸ਼ਨਾਨ ਕਰਿਆ। ਇਸ਼ਨਾਨ ਕਰਕੇ ਉਹਨੇ ਕਿਹਾ ਵੀ ਸਾਧ ਹੈ, ਸਾਧੂ ਆਥਣ ਹੈ, ਇਹ ਤਾਂ ਲਾਲ ਜਿਹਾ ਪਿੰਡ ਹੈ। ਜਨ ਕਹਿੰਦਾ ਕਈ ਦਿਨ ਨਹੀਂ ਮੁੱਕਣਾ ਹੈ, ਇਹਨੂੰ ਨਹਾ ਲੈਣ ਦੇ। ਜਦੋਂ ਨਹਾ ਕੇ ਤੁਰਿਆ, ਜਿਉਂ ਚੱਕਿਆ ਗਾਗਰ ਮੋਹਰੋਂ ਤੇ ਗਾਗਰ ਮਗਰ ਜਨ ਭੱਜਿਆ ਆਉਂਦਾ। ਤੇ ਜਨ ਦੀ ਭੈਣ ਉਹ ਤੋਂ ਸ਼ਕਤੀਵਾਨ ਸੀ, ਦੋਨੇ ਭੈਣ ਭਰਾ ਰਹਿੰਦੇ ਹੁੰਦੇ ਸੀ। ਜਦੋਂ ਜਨ ਭੱਜਿਆ ਤੁਰਿਆ ਆਉਂਦਾ ਤੇ ਉਹ ਉਦੋਂ ਤੇਜ਼ ਹੋ ਜਾਂਦਾ ਵੀ ਮਗਰ ਮੇਰੇ ਬੰਦਾ ਆਉਂਦਾ। ਭੱਜਿਆ ਆਉਂਦਾ ਭੱਜੇ ਭਾਈ ਆਣ ਕੇ ਆਪਦੀ ਮਾਂ ਨੂੰ ਕਹਿੰਦਾ ਮਾਂ ਪਾਣੀ ਪੀ ਲਿਆ। ਜਦੋਂ ਵੇਖਿਆ ਤਰੂਸੀ ਟੰਬਾ ਤਰੂਸੀ ਟੰਬਾ ਉਹਨੂੰ ਕਿਹਾ ਜਾਂਦਾ ਜਿਹਦੇ ਖੁੰਗਰੀਆਂ ਹੋਣ। ਤਰੂਸੀ ਟੰਬਾ ਵੇਖਿਆ ਮੋਰਾਂ ਤੇ ਇਹੋ ਜਿਹਾ ਮੋਟਾ। ਉਹਨੇ ਕਿਹਾ ਵੀ ਆਹ ਇਹਦੇ ਕੋਲ ਹਥਿਆਰ ਹੀ ਮਤਲਬ ਕਿਸੇ ਕੰਮ ਦਾ, ਕਿਹੜੇ ਕੰਮ ਦਾ, ਕੋਈ ਚੀਜ਼ ਦੀ ਸਮਝ ਹੀ ਨਹੀਂ ਆਉਂਦੀ ਵੀ ਕੀ ਚੀਜ਼ ਹੈ। ਵੇਖ ਕੇ ਜਨ ਭਾਈ ਉੱਥੋਂ ਵਾਪਸ ਮੁੜ ਗਿਆ। ਵੇਖਿਆ ਵੀ 4 ਜਣੇ ਹੈ, ਇੱਕ ਬੁੜੀ ਹੈ। ਵੇਖ ਕੇ ਆਪਦੀ ਭੈਣ ਨੂੰ ਕਹਿੰਦਾ ਭੈਣੇ ਤੈਨੂੰ ਇੱਕ ਗੱਲ ਦੱਸਾਂ। ਕਹਿੰਦੀ ਦੱਸ। ਕਹਿੰਦੀ ਵੀ ਇਸ ਤਰ੍ਹਾਂ ਕਰਕੇ 4 ਸਾਧੂ ਬੈਠੇ ਆ, ਇੱਕ ਬੁੜੀ ਹੈ ਤੇ ਸੁਖਮਨੀ ਆਸਣ ਹੈ ਉਹਨਾਂ ਦਾ, ਘਾਹ ਫੂਸ ਦਾ।
ਤੇ ਰੂਹੀ ਵੀ ਆ ਬਾਣ ਦੇ ਵਿੱਚ ਬੈਠੇ ਆ ਤੇ ਆਪਾਂ ਡੱਕੇ ਚਾਪਦੇ ਫਿਰਦੇ ਆ। ਰੂਹੀ ਦਾ ਕੋਈ ਜਾਨ ਮਤਲਬ ਦਰਖਤ ਨਹੀਂ ਛੱਡਿਆ ਹੈ ਤੇ ਆਪਾਂ ਤੋਂ ਕੋਈ ਦਿਨ ਨਹੀਂ ਮੁੱਕਣੇ। ਜੇ ਤੂੰ ਹਿੰਮਤ ਕਰੇ, ਮੇਰੀ ਹਿੰਮਤ ਉਹ ਤਾਂ ਬਾਹਰ ਹੈ। ਕਹਿੰਦੀ ਕੀ ਗੱਲ ਤੂੰ ਕਿਤੇ, ਕਹਿੰਦਾ ਉਹਦੇ ਨਾਲ ਤਾਕਤਵਰ ਸੀ ਉਹ ਜਿੰਨਣੀ। ਜਦੋਂ ਉਹ ਉੱਥੋਂ ਜਿਉਂ ਚੱਲੀ, ਜਦੋਂ ਵੇਖ ਕੇ ਕਹਿੰਦੀ ਤੂੰ ਭੈਣੇ ਸੁੱਤੀ ਪਈ ਸੀ ਜਦੋਂ ਆਣ ਕੇ ਨਹਾਉਣ ਲੱਗਾ। ਜੇ ਕਿਤੇ ਤੂੰ ਜਾਗਦੀ ਹੁੰਦੀ ਹੈ ਮੈਂ ਤੈਨੂੰ ਜਗਾਇਆ ਨਹੀਂ ਜਾਣ ਕੇ ਵੀ ਮੈਂ ਹੀ ਪੰਗਾ ਵੇਖਦਾ, ਪਰ ਮੇਰੀ ਤਾਕਤ ਤੋਂ ਵੱਧ ਉਹਨੇ ਮੈਨੂੰ ਰਲਣ ਨਹੀਂ ਦਿੱਤਾ। ਮੈਂ ਬਥੇਰਾ ਭੱਜਿਆ ਉਹਦੇ ਮਗਰ, ਉਹ ਲੈ ਕੇ ਪਾਣੀ ਪਹੁੰਚ ਗਿਆ ਆਪਦੇ ਪਨਾਲ ਦੇ ਵਿੱਚ। ਤੇ ਹੁਣ ਕਹਿੰਦਾ ਭੈਣੇ ਜੇ ਤੂੰ ਜਾਵੇਂ ਤਾਂ ਠੀਕ ਹੈ। ਉਹ ਹੁਣ ਵੇਖਦਾ ਉਧਰੋਂ ਜਦੋਂ ਚੱਲੀ ਉਹ ਨਹਿਰੀ, ਪਹਾੜ ਪੱਥਰ ਮਤਲਬ ਡਿੱਗ ਪੈਣ, ਪਹਾੜੀ ਸੁਰਮੇ ਦਾ ਪੱਥਰ, ਦੂਜਾ ਪੱਥਰ। ਜਦੋਂ ਕਹਿੰਦਾ ਭੈਂਦਣਾ ਕੀ ਹੋ ਗਿਆ, ਜਿੰਨਣੀ ਹੁਣ ਚੜੀ ਵੀ ਭੈਂਦਣਾ। ਅਖਬਾਰਾ ਆਇਆ ਵਾ ਤਾਂ ਦੇਖ ਕੇ ਹੈਰਾਨ ਵੀ ਭੈਂਦਣਾ ਮਿੰਟਾਂ ਵਿੱਚ ਦੀ ਮੌਸਮ ਖਰਾਬ ਹੋ ਗਿਆ। ਲਾ ਕੇ ਤੇ ਉਹਨੇ ਭਾਈ ਬਥੇਰਾ ਆਸੇ ਪਾਸੇ ਕਰੀ ਜਾਂਦਾ ਇੰਤਜ਼ਾਮ ਕਰੀ ਜਾਂਦਾ। ਤਾਂ ਜਿੰਨਣੀ ਵੇਖ ਕੇ ਜਦੋਂ ਆ ਗਈ, ਜਿੰਨਣੀ ਵੇਖ ਕੇ ਉਹਦੀ ਸ਼ਕਲ ਕਹਿੰਦੀ ਆਹਾ ਹੁਣ ਸੀ ਪੀਰ। ਵੇਖ ਕੇ ਉਹਦੀ ਸ਼ਕਲ ਤੇ ਉੱਤੇ ਮੋਹਤ ਹੋ ਜਾਂਦੀ ਹੈ। ਵੇਖ ਕੇ ਸ਼ਕਲ ਕਹਿੰਦੀ ਓਹੋ ਪੀਰ ਦੀ ਸ਼ਕਤੀ ਹੈ ਤਾਂ ਮਤਲਬ ਉਦੋਂ ਫਰੋਲਦੀ ਆ। ਜਦੋਂ ਪੀਰ ਦੀ ਸ਼ਕਤੀ ਵੇਖ ਕੇ ਤਾਂ ਉਹਨੂੰ ਕਹਿੰਦੀ ਵੀ ਗੱਲ ਸੁਣ ਲਾ ਸੱਜਣਾ, ਉਹਦੇ ਤੇ ਮੋਹਤ ਹੋ ਜਾਂਦੀ ਹੈ। ਉਹ ਕਹਿੰਦੀ ਵੀ ਮੈਂ ਤਾਂ ਤੇਰੀ ਹੋ ਗਈ। ਉਹ ਕਹਿੰਦਾ ਤੂੰ ਜਿਹੜੇ ਕੰਮ ਆਈ ਸੀ ਤੂੰ ਅੱਜ ਨਾ ਸਵੇਰੇ ਖਾ ਜਾਏਗੀ, ਸਾਨੂੰ ਖਾਣ ਆਈ ਸੀ ਹੈ। ਐਸੀ ਸੁੰਦਰ ਲੜਕੀ ਦਾ ਰੂਪ ਧਾਰਿਆ ਜਿਹੜਾ ਰਹੇ ਰੱਬ ਦਾ। ਜਦੋਂ ਰੂਪ ਧਾਰ ਕੇ ਖੜ ਗਈ ਤਾਂ ਵੇਖ ਕੇ ਉਹ ਵੀ ਹੈਰਾਨ ਹੋ ਗਿਆ ਵੀ ਭੈਣ ਦੇਣਿਓ ਆ ਤਾਂ ਐਡੀ ਸੁੰਦਰ, ਇਹ ਕਿੱਥੋਂ ਆ ਗਈ। ਵੇਖ ਕੇ ਉਹਨੂੰ ਕਹਿੰਦੀ ਵੀ ਓਹੋ ਹੋ ਤੂੰ ਕੌਣ। ਕਹਿੰਦੀ ਵੀ ਮੈਂ ਤਾਂ ਇਸ ਤਰ੍ਹਾਂ ਕਰਕੇ ਮਤਲਬ ਇਸ ਤਾਂ 4 ਭਰਾ ਹੈ ਪਿੰਡੋਂ, ਇਸ ਤਰ੍ਹਾਂ ਕਰਕੇ ਸਾਨੂੰ ਕੱਢਤਾ ਸੀ ਜੀ। ਤੇ ਤੂੰ ਇੱਥੇ ਕੀ ਕਰਦਾ ਫਿਰਦਾ, ਤੂੰ ਇੱਥੇ ਕੀ ਕਰਦੀ ਫਿਰਦੀ ਹੈ। ਕਹਿੰਦੀ ਵੀ ਮੈਂ ਤਾਂ ਇਸ ਤਰ੍ਹਾਂ ਕਰਕੇ ਰੂਹੀ ਦੇ ਵਿੱਚ ਆਪਦਾ ਸ਼ਿਕਾਰ ਭਾਲਦੀ ਫਿਰਦੀ ਸੀ। ਹੈ ਮੈਂ ਜਨਜਾਤੀ ਤੇ ਮੈਂ ਤਾਂ ਤੇਰੇ ਨਾਲ ਸ਼ਾਦੀ ਕਰਾਉਣੀ ਹੈ। ਉਹ ਕਹਿੰਦਾ ਬਿਲਕੁਲ ਨਹੀਂ, ਜਮਾ ਨਹੀਂ, ਇਹ ਕੰਮ ਨਹੀਂ ਹੋਣਾ ਗਾ। ਉਹ ਕਹਿੰਦਾ ਵੀ ਕਿਉਂ। ਕਹਿੰਦਾ ਮੇਰੀ ਮਾਂ ਨੂੰ ਪੁੱਛਣਾ ਪਊਗਾ, ਮੇਰੀ ਮਾਂ ਜੇ ਸੁੱਤੀ ਪਈ ਹੈ ਫੇਰ ਗੱਲ ਕਰੂੰਗਾ। ਜੇ ਮੇਰੀ ਮਾਂ ਨੇ ਕਿਹਾ ਤਾਂ ਫੇਰ ਸ਼ਾਦੀ ਹੋਊਗੀ, ਜੇ ਨਾ ਕਿਹਾ ਫੇਰ ਨਹੀਂ। ਠੀਕ ਹੈ। ਉਹ ਕਹਿੰਦਾ ਮਾਂ, ਜਦੋਂ ਉਹਦੀ ਮਾਂ ਉੱਠੀ ਕਹਿੰਦਾ ਮਾਂ ਇੱਕ ਜਨਜਾਤੀ ਦੀ ਮਤਲਬ ਜਨਾਨੀ ਹੈ। ਕਹਿੰਦੀ ਵੇ ਪੁੱਤ ਜਨਜਾਤੀ ਤੈਨੂੰ ਕਿੱਥੇ ਮਿਲ ਗਈ। ਕਹਿੰਦਾ ਇੱਥੇ ਹੀ ਹੈ, ਤੈਨੂੰ ਮਿਲਾ ਦਿੰਦਾ ਹੈ। ਕਹਿੰਦੀ ਵੇ ਪੁੱਤ ਦੂਰ ਰੱਖ ਰਹੀ ਵੇ ਪੁੱਤ ਖਾ ਜੂ ਤੈਨੂੰ, ਕਿੱਥੇ ਤੂੰ ਉਦੋਂ ਪੰਗਾ ਲੈ ਲਿਆ, ਕਿੱਥੇ ਆਪਾਂ ਆਣ ਕੇ ਬਹਿ ਗਏ। ਉਹ ਡਰਦੀ ਬੁੜੀ ਭਾਈ ਉਹਨੂੰ ਨੇੜੇ ਨਹੀਂ ਲੱਗਣ ਦਿੰਦੀ। ਜਦੋਂ ਨੇੜੇ ਨਹੀਂ ਲੱਗਣ ਦਿੰਦੀ ਤੇ ਉਹ ਉਹਦੇ ਨਾਲ ਗੱਲਾਂ ਕਰਦਾ, ਗੱਲਾਂ ਕਰਦਾ ਤੇ ਉਹਨੂੰ ਕਹਿੰਦਾ ਵੀ ਦੱਸ। ਉਹ ਕਹਿੰਦੀ ਵੀ ਮੇਰੀ ਮਾਂ ਨਹੀਂ ਮੰਨਦੀ। ਉਹ ਕਹਿੰਦੀ ਤੇਰੀ ਮਾਂ ਨੂੰ ਮੈਂ ਮਨਾ ਲਾ। ਉਹ ਕਹਿੰਦੀ ਵੀ ਮਨਾ ਲਾ। ਜਦੋਂ ਗਈ ਉਹਨੂੰ ਮਨਾਉਣ, ਧਾਰਿਆ ਰੂਪ ਸਾਰੀ ਮਤਲਬ ਸ੍ਰਿਸ਼ਟੀ ਦਾ ਲੈ ਕੇ ਰੂਪ ਤੇ ਹੁਸਨ ਬਾਨੋ ਬਣ ਕੇ ਤੇ ਚਾਹ ਪੇਸ਼ ਹੋਈ। ਕਹਿੰਦੀ ਭਾਈ ਤੂੰ ਕੌਣ ਹੈ। ਕਹਿੰਦੀ ਮੈਂ ਤੇਰੀ ਨੂੰਹ। ਕਹਿੰਦੇ ਨੂੰਹ। ਕਹਿੰਦੀ ਮੇਰੇ ਦਾ ਪੁੱਤ ਦਾ ਕਿਸੇ ਦਾ ਵਿਆਹ ਹੀ ਨਹੀਂ ਹੋਇਆ। ਕਹਿੰਦੀ ਵਿਆਹ ਕਿਉਂ ਨਹੀਂ ਹੋਇਆਗਾ, ਆ ਜਿਹੜਾ ਤੇਰਾ ਪਹਿਰੇ ਤੇ ਮਤਲਬ ਛੱਡਿਆ ਵਾ ਇਹਦੇ ਨਾਲ ਮੇਰੀ ਸ਼ਾਦੀ ਹੋਈ ਵੀ ਆ।
ਮਾਰੇ ਟਪਰਾਲੋ ਕਹਿੰਦਾ ਨਾ, ਉਹ ਮੈਨੂੰ ਕਹਿੰਦਾ ਜ਼ਰੂਰ ਸੀ ਪਰ ਤੂੰ ਤਾਂ ਜਨ ਜਾਤੀ ਆ, ਅਸੀਂ ਤੇਰੇ ਨਾਲ ਸ਼ਾਦੀ ਕਰਾ ਨਹੀਂ ਸਕਦੇ, ਨਾ ਤੂੰ ਸਾਡੇ ਰਹਿ ਸਕਦੀ ਹੈ। ਕਹਿੰਦੀ ਰਹਿਣ ਨੂੰ ਕੀ ਹੈ, ਜਦੋਂ ਮੈਂ ਤੈਨੂੰ ਕਹਿਤਾ ਵੀ ਮੈਂ ਇਹਦੇ ਨਾਲ ਸ਼ਾਦੀ ਕਰਾਉਣੀ ਹੈ, ਮੈਂ ਇਹਦੇ ਰਹੂੰਗੀ। ਹੈਂ, ਐਸਾ ਸੁੰਦਰ ਮਾਂ ਦਾ ਲਾਡ ਕਿਸੇ ਦਾ, ਮੈਂ ਇਹਨੂੰ ਖਾ ਕੇ ਕੀ ਕਰੂੰਗੀ। ਐਡਾ ਸੋਹਣਾ ਸੋਹਣਾ ਜਵਾਨ ਹੈ। ਜਦੋਂ ਭਾਈ ਐਂ ਕਰਦੀ ਕਰਦੀ ਉਹਨੇ ਚੱਕ ਕੇ ਤੇ ਬੁੜੀ ਕਹਿੰਦੀ ਭਾਈ ਅਸੀਂ ਤੇਰੇ ਨਾਲ ਸ਼ਾਦੀ ਨਹੀਂ ਕਰਾਉਣੀ। ਬੁੜੀ ਨੂੰ ਭਾਈ ਉਹਨੇ 7 ਦਿਨ ਉੱਥੇ ਹੀ ਰਹੀ। 7 ਦਿਨ ਉੱਥੇ ਰਹੀ ਤੇ ਮਗਰ ਜਨ ਚੱਲ ਪਿਆ। ਜਨ ਆਣ ਕੇ ਵੇਂਦਾ ਵੀ ਇਹ ਤਾਂ ਭੈਣ ਜਿਹੜੀ ਮਤਲਬ ਹੀਰੋ ਬਣੀ ਬੈਠੀ ਹੈ, ਹੈਂ ਇਹਨਾਂ ਦੀ ਬਣੀ ਬੈਠੀ ਹੈ, ਮੈਂ ਇਹਨੂੰ ਭੇਜਿਆ ਕਿਸ ਕੰਮ ਸੀ, ਹੈਂ ਇਹ ਇਹਨਾਂ ਦੀ ਬਣੀ ਬੈਠੀ ਹੈ। ਉਹਨੇ ਚੱਕ ਕੇ ਨਾ ਤੇ ਜਨ ਉਹਨੂੰ ਮਤਲਬ ਕੁੱਟਣ ਲੱਗਦਾ ਵੀ ਤੈਨੂੰ ਮੈਂ ਕੀ ਕਹਿ ਕੇ ਭੇਜਿਆ ਸੀ, ਤੂੰ ਤਾਂ ਇਹਨਾਂ ਦੀ ਬਣ ਗਈ। ਜਦੋਂ ਇਹਨਾਂ ਦੀ ਬਣ ਗਈ ਕਿਹਾ ਤਾਂ ਭਾਈ ਜਨ ਉਹ ਜਿਹੜਾ ਸ਼ਾਦੀ ਕਰਾਉਣੀ ਸੀ ਜਿਹਦੇ ਨਾਲ, ਉਹ ਪੈ ਗਿਆ ਜਨ ਨੂੰ। ਜਨ ਦੇ ਟੰਬਾ ਮਾਰਿਆ। ਜਦੋਂ ਟੰਬਾ ਮਾਰਿਆ ਤਾਂ ਜਨ ਨੂੰ ਸਿੱਟ ਲਿਆ। ਸਿੱਟ ਕੇ ਤੇ ਜਨ ਭਾਈ ਜਿਉਂ ਚੱਲਿਆ ਤੇ ਭੱਜ ਗਿਆ। ਭੱਜ ਗਿਆ ਤੇ ਉਹਨੂੰ ਕਹਿੰਦਾ ਵੀ ਗੱਲ ਸੁਣ, ਇਹ ਕੌਣ ਸੀ? ਕਹਿੰਦੀ ਮੇਰਾ ਭਰਾ ਸੀ। ਉਹ ਕਹਿੰਦੀ ਵੀ ਚਾਹੇ ਕੁੱਟ ਚਾਹੇ ਮਾਰ, ਉਹਨੂੰ ਪਤਾ ਲੱਗ ਗਿਆ ਵੀ ਸ਼ਕਤੀਵਾਨ ਹੈਗਾ, ਪੀਰ ਦੀ ਛਾਟ ਆ ਇਹਦੇ ਤੇ ਮੈਨੂੰ ਇਹਨੇ ਜੇ ਬਰੂ ਤਾਂ ਇਹ ਬਰੂਗਾ। ਉਹਨੂੰ ਭਾਈ ਵਰ ਲਿਆ। ਜਦੋਂ ਵਰ ਲਿਆ ਰਹਿਣ ਸਹਿਣ ਲੱਗ ਗਏ। ਉੱਥੋਂ ਇੱਕ ਦਿਨ ਐਸਾ ਹੋਇਆ, ਰਾਜੇ ਦੀ ਲੜਕੀ ਦੀ ਸ਼ਾਦੀ ਹੈ। ਰਾਜੇ ਦੀ ਲੜਕੀ ਦੀ ਸ਼ਾਦੀ ਹੈ ਤਾਂ ਜਿਹੜੇ 3 ਦੂਜੇ ਆ ਉਹ ਮਤਲਬ ਹੈ ਤਾਕਤਵਰ। ਉਹਦੇ ਵਿੱਚ ਲਿਖਿਆ ਸੀਗਾ ਵੀ ਜਿਹੜਾ ਧਨੁੱਸ਼ ਚੱਕ ਦੂਗਾ ਉਹਨੂੰ ਮਤਲਬ ਮੇਰੀ ਲੜਕੀ ਵਰ ਪਾਊਗੀ। ਹੁਣ ਉਹ ਦੋਨੇ ਜਣੇ ਤਾਂ ਮਤਲਬ ਅੱਡ ਹੈ, ਜਨ ਤੇ ਜਿੰਨਣੀ ਤੇ ਮਤਲਬ ਵੱਡਾ, ਜਿਹੜੇ ਦੂਜੇ ਆ ਛੋਟੇ। ਜਿਉਂ ਚੱਲੇ ਉੱਥੋਂ ਪੰਡਾਲ ਦੇ ਵਿੱਚ ਆਣ ਕੇ ਰਾਜੇ ਮਹਾਰਾਜਾਂ ਦਾ ਇਕੱਠ ਵੇਖ ਕੇ ਤੇ ਹੈਰਾਨ ਹੋ ਜਾਂਦੇ ਆ। ਸਾਧੂ ਵਸਤਰ ਪਾਏ ਆ। ਜਦੋਂ ਸਾਧੂ ਵਸਤਰ ਪਾਏ ਆ ਤਾਂ ਵੇਖ ਕੇ ਤੁਰੇ ਜਾਂਦੇ 4 ਚਪੇਰਾ। ਵੇਖਦੇ ਵੇਖਦੇ ਉਹ ਹੁਣ ਸੋਚਦੇ ਆ ਵੀ ਯਾਰ ਕਿੱਥੋਂ ਕੀ ਹੋਇਆ। ਸਾਧੂ ਵਸਤਰ ਪਾਏ ਇਹਨਾਂ ਦੇ, ਲੋਕ 4 ਚਪੇਰੇ ਝਾਕਦੇ ਉਹਨਾਂ ਕੰਨੀ ਪੰਡਾਲ 'ਚ ਬੈਠੇ ਵੀ ਆਹ 3 ਸਾਧੂ ਯਾਰ ਇੱਕੋ ਜਿਹੇ, ਲਾਰੜੀਆਂ ਵਰਗੇ ਰੰਗ ਆ ਇਹਨਾਂ ਦੇ, ਹੈਂ ਆਹ ਕਿਸੇ ਨੇ ਕੀ ਕੀਤਾ, ਇਹਨਾਂ ਨੂੰ ਸਾਧੂ ਬਣਾ ਛੱਡਿਆ। ਐਸੇ ਐਸੇ ਜਵਾਨ ਹੈ। ਭਾਈ ਵੇਖ ਕੇ ਤੇ ਸਾਧੂ ਵੀ ਬਹੁਤ ਆਏ ਵੀ ਐਸੀ ਸੁੰਦਰ ਲੜਕੀ ਦਾ ਰਾਜੇ ਦੀ ਦਾ ਸ਼ਾਦੀ ਹੋਊਗੀ, ਸਾਨੂੰ ਦਾਨ ਦਕਸ਼ਨਾ ਮਿਲੂਗੀ। ਜਦੋਂ ਜਿਉਂ ਚੱਲੇ ਉੱਥੋਂ ਵੇਖ ਕੇ ਵੇਖਣ ਆਏ ਵੇ ਸਾਧੂ ਤੇ ਭਾਈ ਅੱਡ ਬੈਠੇ, ਸਾਧੂਆਂ 'ਚ ਜਾ ਕੇ ਬਹਿ ਗਏ। ਸਾਧੂਆਂ 'ਚ ਬਹਿ ਗਏ ਤੇ ਵੇਖ ਕੇ ਕਰਦੇ ਕਰਾਉਂਦੇ ਜਦੋਂ ਉਹਦੇ ਵੇਖਿਆ ਪਾਇਆ ਧਨੁੱਸ਼ ਚੱਕੀ। ਧਨੁੱਸ਼ ਚੱਕੀ ਰਾਜਾ ਪ੍ਰਿਥਵੀ ਨੇ ਧਨੁੱਸ਼ ਚੱਕਤੀ। ਉਹਨੇ ਕੰਗਣ ਖਰ ਉਹਦੇ ਪਾਤਾ। ਬੜੇ ਬੜੇ ਬਲਵੰਤੇ ਆਏ ਸੀ ਜਿਨ੍ਹਾਂ ਤੋਂ ਚੱਕੀ ਨਹੀਂ ਗਈ। ਉਹਨੇ ਚੱਕ ਕੇ ਬਾਲਾ ਕੱਢ ਕੇ, ਜਦੋਂ ਬਾਲਾ ਕੱਢ ਕੇ ਸਿੱਟਿਆ ਨਾ, ਕਹਿੰਦਾ ਵੀ ਓਹੋ, ਉਹ ਚੀਕਣ ਲੱਗ ਗਈ ਧਨੁੱਸ਼। ਚੀਕਣ ਲੱਗ ਗਈ, ਕਹਿੰਦੀ ਵੀ ਤੂੰ ਕੌਣ? ਕਹਿੰਦਾ ਮੈਂ ਅੱਜ ਤੱਕ ਰਾਜਾ ਪ੍ਰਿਥਵੀ। ਕਹਿੰਦੀ ਫਿਰ ਮੈਨੂੰ ਐ ਸਿੱਟਣਾ ਸੀ? ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਉਹ ਕਹਿੰਦੀ ਮੈਂ ਗੌਤਮ ਰਿਸ਼ੀ ਦੀ ਨਾਰੀ ਹਾਂ। ਕਹਿੰਦੀ ਓਹੋ, ਗੌਤਮ ਰਿਸ਼ੀ ਦੀ ਨਾਰੀ? ਕਹਿੰਦਾ ਹਾਂ। ਕਹਿੰਦੀ ਫਿਰ ਤੈਨੂੰ ਕਿਵੇਂ, ਤੂੰ ਇੱਥੇ ਕਿਵੇਂ? ਕਹਿੰਦੀ ਕੀ ਸੁਣਦਾ ਤੂੰ ਮੇਰੀ ਦੁੱਖ ਭਰੀ ਕਹਾਣੀ? ਮੈਂ ਤਾਂ ਆਖਿਆ ਵੀ ਤੂੰ ਮੈਨੂੰ ਅੱਜ ਸਾਰੀ ਸੰਸਾਰ ਤੇ ਵੰਡ ਦੇਂਗਾ, ਮੇਰਾ ਆਧਾਰ ਕਰ ਦੇਂਗਾ, ਪਰ ਤੂੰ ਤਾਂ ਗੱਲ ਹੀ ਨਹੀਂ ਸੁਣੀ, ਚੱਕ ਕੇ ਮੈਨੂੰ ਥੱਲੇ ਮਾਰਿਆ। ਉਹ ਕਹਿੰਦਾ ਜੇ ਤੈਨੂੰ ਮੈਂ ਪਹਿਲਾਂ ਚੱਕ ਸਕਦਾ ਤਾਂ ਦੁਬਾਰਾ ਵੀ ਚੱਕ ਲੂੰਗਾ।
ਤੇ ਚੱਕ ਕੇ ਤੈਨੂੰ ਸਾਰੀ ਸੰਸਾਰ ਤੇ ਵੰਡ ਦੂੰ, ਹੂੰ ਪਰ ਚੱਕਣਾ ਮੁਖੀ ਤੇ ਪਊ ਮੈਨੂੰ। ਹੂੰ ਉਹ ਕਹਿੰਦਾ ਮੁਖੀ, ਉਹ ਕਹਿੰਦੀ ਮੁਖੀ ਤੇ ਚੱਕਣੀ, ਹੂੰ ਪਰ ਕਹਿੰਦੀ ਪਹਿਲਾਂ ਮੈਂ, ਉਹ ਕਹਿੰਦਾ ਮੈਨੂੰ ਵਿਆਖਿਆ ਸੁਣਾ ਆਪਦੀ ਹੂੰ ਵੀ ਤੇਰੇ ਨਾਲ ਬੀਤਿਆ ਕੀ ਹੈ। ਹੂੰ ਕਹਿੰਦੀ ਗੌਤਮ ਰਿਖੀ ਪੰਡਤ ਸੀ, ਹੂੰ ਲੋਕਾਂ ਦੇ ਮਤਲਬ ਆਇਆ ਬਜੰਤਰੀ ਜੰਤਰੀ ਵਹਿੰਦਾ ਸੀ, ਹੂੰ ਗਰੀਬ ਘਰੇ ਸੀ। ਹੂੰ ਮੈਂ ਅਤੀ ਸੁੰਦਰ ਨਾਰੀ ਸੀ ਉਹਦੀ, ਅੱਛਾ ਮੈਂ ਅਤੀ ਸੁੰਦਰ ਨਾਰੀ ਸੀ। ਤਾਂ ਇੱਕ ਦਿਨ ਕੀ ਹੋਇਆ, ਹੂੰ ਇੰਦਰ ਮਹਾਰਾਜਾ ਨੇ ਕਹਿੰਦੀ ਪਾਰਾ ਛੱਡਣਾ ਸੀ, ਹੂੰ ਪਾਰਾ ਛੱਡਣਾ ਸੀਗਾ ਤੇ ਉਹਨੇ ਮਤਲਬ ਚੱਕ ਕੇ ਸਾਡੇ ਘਰੇ ਕੁੱਕੜ ਦੀ ਬਾਂਗ ਬਣ ਕੇ, ਹੂੰ ਮਤਲਬ ਚੰਦਰਮਾ ਨੇ ਕੁੱਕੜ ਦੀ ਬਾਂਗ ਬਣ ਕੇ ਤੇ ਬਾਂਗ ਦੇਤੀ। ਹੂੰ ਤੇ ਗੌਤਮ ਕੁੱਕੜ ਦੀ ਬਾਂਗ ਨਾਲ ਮਤਲਬ ਜਾਂਦਾ ਹੁੰਦਾ ਸੀ ਹੂੰ ਨਦੀ ਤੇ। ਹੂੰ ਜਦੋਂ ਨਦੀ ਤੇ ਜਾ ਵੜਦਾ ਤੇ ਉਹ ਚੁੰਬਾ ਲਾਉਂਦਾ, ਚੁੰਬਾ ਲਾ ਕੇ ਤੇ ਉਹ ਵਾਪਸ ਆ ਜਾਂਦਾ। ਹੂੰ ਕਹਿੰਦੀ ਫੇਰ, ਕਹਿੰਦੇ ਫੇਰ ਕੀ ਹੋਣਾ ਸੀ, ਜਦੋਂ ਗੌਤਮ ਚੱਕ ਕੇ ਧੋਤੀ ਤੁਰ ਗਿਆ ਹੂੰ ਤੇ ਕੁੱਕੜ ਨੇ ਬਾਂਗ ਦੇਤੀ, ਹੂੰ ਬੱਚਾ ਚੱਕ ਕੇ ਧੋਤੀ ਤੁਰ ਗਿਆ ਤੇ ਇੰਦਰ ਸਾਡੇ ਘਰੇ ਆ ਗਿਆ। ਹੂੰ ਇੰਦਰ ਉਤਰਿਆ ਗੌਤਮ ਦਾ ਰੂਪ ਧਾਰ ਕੇ ਹੂੰ ਤੇ ਮੈਨੂੰ ਮਤਲਬ ਨਿਸ਼ਟ ਕਰ ਲਿਆ। ਹੂੰ ਉਹ ਕਹਿੰਦਾ ਐਂ ਨਹੀਂ ਹੋ ਸਕਦਾ, ਕਹਿੰਦੀ ਬਿਲਕੁਲ ਸੱਚੀ ਗੱਲ ਹੈ, ਹੂੰ ਕਹਿੰਦਾ ਹੋ ਹੀ ਨਹੀਂ ਸਕਦਾ। ਹੂੰ ਉਹ ਕਹਿੰਦਾ ਚੰਦਰਮਾ ਨੇ ਗੱਲ ਸੁਣ, ਜਦੋਂ ਚੰਦ ਤੇ ਸੂਰਜ ਦੀ ਮਤਲਬ ਪੁੱਛਿਆ, ਸੂਰਜ ਕਹਿੰਦਾ ਵੀ, ਸੂਰਜ ਨੂੰ ਕਹਿੰਦਾ ਵੀ ਮੈਨੂੰ ਸੋਹਣੀ ਜਨਾਨੀ ਦਾ ਮਤਲਬ ਲਿਆ ਕੇ ਦੇ, ਮਤਲਬ ਵੀ ਸੋਹਣੀ ਜਨਾਨੀ ਕਿਹਦੀ ਹੈ ਹੂੰ ਦੇਸ਼ ਚੋਂ। ਇੰਦਰ ਮਹਾਰਾਜ ਆਂਦਾ, ਹੂੰ ਸੂਰਜ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਹੂੰ ਕਹਿੰਦਾ ਵੀ ਮੈਂ ਤਾਂ, ਮੈਨੂੰ ਤਾਂ ਵੇਖ ਕੇ ਹਰੇਕ ਪੱਲਾ ਕਰ ਲੈਂਦੀ ਹੈ, ਹੂੰ ਇਹ ਤਾਂ ਤੁਸੀਂ ਚੰਦਰਮਾ ਤੇ ਤਾਰਿਆਂ ਨੂੰ ਕਹੋ, ਹੂੰ ਇਹ ਵੇਖਦੇ ਆ ਸਾਰੀਆਂ ਦਾ ਮੁੱਖ ਰਾਤ ਨੂੰ। ਹੂੰ ਜਦੋਂ ਭਾਈ ਇਹ ਗੱਲ ਹੋ ਗਈ ਤਾਂ ਉਹਨੇ ਜਾ ਕੇ ਚੰਦਰਮਾ ਨੂੰ ਸੱਦਿਆ, ਹੂੰ ਚੰਦਰਮਾ ਨੂੰ ਸੱਦਿਆ, ਚੰਦਰਮਾ ਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਸੁੰਦਰ ਨਾਰੀ ਦਾ ਮੈਨੂੰ ਪਤਾ ਲਿਆ ਕੇ ਦੇ। ਹੂੰ ਕਹਿੰਦਾ ਮਹਾਰਾਜ ਮੈਨੂੰ 8 ਦਿਨ ਦੇਹੋ। ਹੂੰ 8 ਦਿਨ ਦੇਤੇ। ਜਦੋਂ 8ਵੇਂ ਦਿਨ ਫੇਰ ਸੱਦਿਆ ਚੰਦਰਮਾ ਨੂੰ, ਹੂੰ ਚੰਦਰਮਾ ਕਹਿੰਦਾ ਮਹਾਰਾਜ ਮੈਂ ਤਾਰਿਆਂ ਨੂੰ ਪਤਾ ਹੋਊਗਾ, ਮੈਨੂੰ ਖਾਸ ਪਤਾ ਨਹੀਂ। ਹੂੰ ਉਹ ਕਹਿੰਦਾ ਜਦੋਂ ਤਾਰਿਆਂ ਕੋਲੇ ਗੱਲ ਪੁੱਛੀ ਇੰਦਰ ਮਹਾਰਾਜ ਨੇ, ਹੂੰ ਤਾਰੇ ਕਹਿੰਦੇ ਵੀ ਸਾਡੇ ਕੋਲੇ ਤਾਂ ਐਸਾ ਟਾਈਮ ਹੀ ਨਹੀਂ ਹੁੰਦਾ, ਹੂੰ ਸਾਡੇ ਨਾਲ ਤਾਂ ਚੰਦਰਮਾ ਥੱਲੇ ਹੁੰਦਾ, ਹੂੰ ਚੰਦਰਮਾ ਨੂੰ ਪਤਾ ਹੋਊ। ਹੂੰ ਜਦੋਂ ਚੰਦਰਮਾ ਨੂੰ ਕਿਹਾ ਹੂੰ ਫੇਰ ਦੁਬਾਰਾ 8 ਦਿਨਾਂ ਬਾਅਦ, ਹੂੰ ਚੰਦਰਮਾ ਕਹਿੰਦਾ ਜੀ 8 ਦਿਨ ਦੇਹੋ। ਹੂੰ ਜਦੋਂ 8ਵੇਂ ਦਿਨ ਜਾ ਕੇ ਪਤਾ ਕਰਿਆ, ਹੂੰ ਤੇ ਗੌਤਮ ਰਿਖੀ ਦੀ ਨਾਰੀ ਸੁੰਦਰ ਤੇ ਮਾਵਾਂ ਧੀਆਂ ਅਤੀ ਸੁੰਦਰ ਸੀ, ਹੂੰ ਅਤੀ ਸੁੰਦਰ ਸੀ। ਉਹ ਕਹਿੰਦੇ ਜੀ ਤੁਹਾਨੂੰ ਕੀ ਜ਼ਰੂਰਤ ਪੈ ਗਈ ਹੂੰ ਚੰਦਰਮਾ ਦਾ। ਹੂੰ ਕਹਿੰਦਾ ਮਹਾਰਾਜ ਮੈਂ ਪਾਰਾ ਛੱਡਣਾ ਹੈ, ਹੂੰ ਮੈਂ ਇਸ ਤੱਕ ਸੁੰਦਰ ਨਾਰੀ ਭਾਲਦਾ ਵੀ ਜਿਹੜੀ ਅੰਸ਼ ਹੋਊਗੀ ਹੂੰ ਉਹ ਅਤੀ ਸੁੰਦਰ ਹੋਵੇ। ਹੂੰ ਅੱਛਾ, ਕਹਿੰਦਾ ਮਹਾਰਾਜ ਗੌਤਮ ਰਿਖੀ ਦੀ ਨਾਰੀ ਹੈ, ਹੂੰ ਮਾਵਾਂ ਧੀਆਂ ਇੱਕੋ ਜਿਹੀਆਂ। ਹੂੰ ਅੱਛਾ, ਜਦੋਂ ਕਹਿੰਦਾ ਫਿਰ ਵੇਖ ਕੇ ਆ ਵੀ ਉਹ ਕੀ ਕਰਦਾ ਹੁੰਦਾ ਹੈ, ਹੂੰ ਕੀ ਨਹੀਂ ਕਰਦਾ ਹੁੰਦਾ। ਅੱਛਾ ਕਹਿੰਦਾ ਮਹਾਰਾਜ ਮੈਂ ਵੇਖ ਲੈਣਾ। ਹੂੰ ਜਦੋਂ ਵੇਖਣ ਗਿਆ ਤਾਂ ਉਹ ਵੇਖਦਾ ਦਿਨੇ ਹੂੰ ਪੰਡਤ ਦਾ ਕੰਮ ਕਰਦਾ ਹੈ, ਹੂੰ ਆਏ ਗਏ ਨੂੰ ਜੰਤਰੀ ਖੋਲਦਾ ਹੈ, ਹੂੰ ਇੱਕ ਪੌਲਾ ਕੋਈ 2 ਪੌਲੇ ਕੋਈ ਦੇ ਜਾਂਦਾ ਹੈ, ਹੂੰ ਆਪਦਾ ਘਰ ਦਾ ਗੁਜ਼ਾਰਾ, ਗਰੀਬ ਪੰਡਤ ਹੈ। ਹੂੰ ਜਦੋਂ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਤਾਂ ਉਹ ਕਹਿੰਦਾ ਜੀ ਇਸ ਤਰ੍ਹਾਂ ਕਰਕੇ ਉਹ ਜੰਤਰੀ ਦਾ ਕੰਮ ਕਰਦਾ ਹੈ। ਹੂੰ ਇੰਦਰ ਮਹਾਰਾਜ ਨੂੰ ਜਾ ਕੇ ਮਤਲਬ ਆਂਦਾ ਹੈ ਹੂੰ ਚੰਦਰਮਾ ਹੂੰ ਵੀ ਫੇਰ ਕਹਿੰਦਾ ਜਿਹੜੀ ਗੱਲ ਮੈਂ ਤੈਨੂੰ ਕਹੀ ਹੈ ਨਾ ਹੂੰ ਉਹਦਾ ਪਤਾ ਕਰ ਵੀ ਉਹ ਘਰੋਂ ਗਾਇਬ ਕਦੋਂ ਹੁੰਦਾ ਹੈ। ਹੂੰ ਅੱਛਾ, ਕਹਿੰਦਾ ਜੀ ਘਰੋਂ ਗਾਇਬ। ਹੂੰ ਕਹਿੰਦਾ ਘਰੋਂ ਗਾਇਬ ਦਾ ਪਤਾ ਮੈਂ ਕਰ ਲੈਣਾ। ਹੂੰ ਕਹਿੰਦਾ ਜੀ ਘਰੋਂ ਜਦੋਂ ਗਾਇਬ ਹੁੰਦਾ ਉਹ
ਜਦੋਂ ਪਤਾ ਕਰਿਆ ਸਾਰਾ ਦਿਨ ਖੜਾ ਰਿਹਾ, ਫਿਰਦਾ ਰਿਹਾ ਉੱਥੇ, ਹੂੰ ਸਾਰੀ ਰਾਤ ਲੰਘ ਗਈ। ਜਦੋਂ ਤੜਕੇ 4 ਵਜੇ ਤਾਂ ਗੌਤਮ ਰਿਖੀ ਧੋਤੀ ਚੱਕਦਾ ਹੈ। ਹੂੰ ਧੋਤੀ ਚੱਕ ਕੇ ਤੇ ਗੰਗਾ ਤੇ ਜਾਂਦਾ ਹੈ। ਹੂੰ ਗੰਗਾ ਤੇ ਜਾ ਕੇ ਚੁੰਬਾ ਲਾਉਂਦਾ ਹੈ। ਹੂੰ ਚੁੰਬਾ ਲਾ ਕੇ ਤਾਂ ਵਾਪਸ ਰਾਮ ਕਰਦਾ ਮੁੜਿਆ ਆਉਂਦਾ ਹੈ। ਹੂੰ ਜਦੋਂ ਵਾਪਸ ਮੁੜਿਆ ਆਉਂਦਾ ਹੈ ਹੂੰ ਤਾਂ ਉਹ ਵੇਖਦਾ ਹੈ, ਵੇਖ ਕੇ ਕਹਿੰਦਾ ਮਹਾਰਾਜ ਵੀ 4 ਵਜੇ ਉਹ ਨਦੀ ਤੇ ਜਾਂਦਾ ਹੈ ਹੂੰ ਸੁਬਾ ਹੂੰ ਇਸ਼ਨਾਨ ਕਰਨ। ਜਦੋਂ ਇਸ਼ਨਾਨ ਕਰਕੇ ਫਿਰ ਆਣ ਕੇ ਮਤਲਬ ਘਰੇ ਆਪਦਾ ਆਸਣ ਲਾਉਂਦਾ ਹੈ, ਹੂੰ ਦੀਵਾ ਬੱਤੀ ਕਰਦਾ ਹੈ, ਚਿਰਾਗ ਕਰਦਾ ਹੈ ਹੂੰ ਹੈਂ ਹੂੰ ਤੇ ਪੀਰ ਨੂੰ ਉਹ ਵੀ ਮੰਨਦਾ ਹੈ ਹੂੰ ਹੈਂ ਹੂੰ ਤੇ ਇਹ ਤੁਸੀਂ ਹੁਣ ਦੇਖ ਲਓ। ਹੂੰ ਕਹਿੰਦਾ ਕੁੱਕੜ ਦੀ ਬਾਂਗ ਨਾਲ ਮਤਲਬ ਉਹ ਜਾਂਦਾ ਹੈ। ਹੂੰ ਕਹਿੰਦਾ ਫਿਰ ਬਈ ਗੱਲ ਇੰਨੀ ਆ ਚੰਦਰਮਾ, ਹੂੰ ਮੇਰੀ ਮਦਦ ਕਰ। ਹੂੰ ਕਹਿੰਦਾ ਜੀ ਕੀ? ਕਹਿੰਦਾ ਐਂ ਕਰ ਤੂੰ ਕੁੱਕੜ ਬਣ ਕੇ 1 ਵਜੇ ਰਾਤ ਦੇ ਬਾਂਗ ਦੇ ਦੇ। ਹੂੰ ਕਹਿੰਦਾ ਮਹਾਰਾਜ ਮੇਰੇ 'ਚ ਚਾਹੀ ਸ਼ਕਤੀ ਨਹੀਂ। ਹੂੰ ਕਹਿੰਦਾ ਸ਼ਕਤੀ ਤੈਨੂੰ ਮੈਂ ਦਿੰਦਾ, ਹੂੰ ਕੁੱਕੜ ਬਣ ਜੀ। ਹੂੰ ਜਦੋਂ ਕੁੱਕੜ ਦਾ ਰੂਪ ਧਾਰਿਆ ਤੂੰ ਹੂੰ ਤਾਂ ਵਿਹੜੇ ਦੇ ਵਿੱਚ ਉਤਰ ਕੇ ਜਾਂ ਕੰਧ ਤੇ ਖੜ ਕੇ ਹੂੰ ਉਹਨਾਂ ਦੇ ਮਤਲਬ ਕੁੱਕੜੂ ਘੜੂ ਕਰਦੇ ਹੂੰ ਬਾਂਗ ਦੇ ਦੇ। ਹੂੰ ਜਦੋਂ ਉਹ ਤੁਰ ਗਿਆ, ਇਹ 4 ਵਜੇ ਨਹੀਂ, ਹੂੰ ਕਹਿੰਦਾ ਵੀ 1-1:30 ਵਜੇ ਮਤਲਬ ਰਾਤ ਦੇ ਹੋਣ। ਜਦੋਂ ਭਾਈ 12:30 ਦਾ ਟਾਈਮ ਹੋਇਆ ਹੂੰ ਤਾਂ ਕੁੱਕੜ ਨੇ ਬਾਂਗ ਦਿੱਤੀ। ਬਾਂਗ ਦਿੱਤੀ ਤੇ ਗੌਤਮ ਉੱਠਿਆ, ਵੇਖ ਕੇ 5-4 ਬਾਂਗਾਂ। ਉਹ ਸੋਚਦਾ ਵੀ ਯਾਰ ਅਜੇ ਐਡੀ ਰਾਤ ਪਈ ਹੈ, ਹੂੰ ਅੱਜ ਕੁੱਕੜ ਨੇ ਬਾਂਗ ਕਿਵੇਂ ਸਦੇਹਾਂ ਦੇਤੀ। ਹੂੰ ਸੋਚਦਾ ਜਾਂਦਾ ਹੈ, ਹੂੰ ਸੋਚਦਾ ਜਾਂਦਾ ਤਾਂ ਗਾਹਾਂ ਜਾ ਕੇ ਜਦੋਂ ਨਦੀ 'ਚ ਮਾਰਿਆ ਨਾ ਚੁੰਬਾ, ਹੂੰ ਨਦੀ ਕਹਿੰਦੀ ਆ ਤੇਰੀ ਐਸੀ ਤੈਸੀ ਦੋਸਤਾ ਹੂੰ ਵੀ ਮੈਂ ਬੇਬਰਦ ਪਈ ਐ, ਤੂੰ ਹੈ ਕੌਣ? ਹੂੰ ਕਹਿੰਦਾ ਮਾਂ ਮੈਂ ਤੇਰਾ ਗੌਤਮ ਭਗਤ। ਹੂੰ ਉਹ ਕਹਿੰਦੀ ਓਹੋ, ਕਹਿੰਦੀ ਵੀ ਗੱਲ ਇੱਕ ਸੁਣ ਲਾ ਹੂੰ ਵੀ ਪਾਣੀ ਆਵਾਜ਼ ਦਿੰਦਾ ਹੈ। ਰਾਤ ਨੂੰ ਤੁਰਿਆ ਜਾਂਦਾ ਆਪਾਂ ਨਦੀ ਤੇ, ਕਿਸੇ ਦਰਿਆ ਤੇ, ਕਿਤੇ ਸਮੁੰਦਰ ਤੇ ਚਲੇ ਜਾਓ, ਹੂੰ ਪਾਣੀ ਆਵਾਜ਼ ਦੇਊਗਾ। ਹੂੰ ਤਾਂ ਉਹਨੇ ਜਦੋਂ ਛੱਡਿਆ ਨਾ ਹੂੰ ਮਤਲਬ ਵੇਖ ਕੇ ਹੂੰ ਨਾ ਉਹਨੇ ਨਦੀ ਨੇ ਹੂੰ ਜਦੋਂ ਉਹਨੂੰ ਬਾਗ ਕਰਤੇ, ਹੂੰ ਬਾਗ ਕਰਤੇ ਉਹ ਕਹਿੰਦੀ ਵੀ ਗੱਲ ਇੰਨੀ ਆ, ਬਾਹਰ ਖੜ ਜਾ, ਹੂੰ ਬਾਹਰ ਖੜ ਜਾ, ਤੈਨੂੰ ਮੈਂ ਛੱਲ ਦਿੰਨੀ ਆ। ਹੂੰ ਉਹਦੇ ਬਰਾਬਰ ਦੀ ਛੱਲ ਛੱਡੀ ਗੰਗਾ ਨੇ। ਹੂੰ ਜਦੋਂ ਛੱਲ ਛੱਡੀ ਉਹਦੇ ਬਰਾਬਰ ਦਾ ਉਹ ਭਿੱਜ ਕੇ ਕਹਿੰਦੀ ਗੱਲ ਸੁਣ ਵੀ ਅੱਗੇ ਤੂੰ 4 ਵਜੇ ਆਉਣਾ ਹੈ, ਹੂੰ ਅੱਜ ਐਡੀ ਸਦੇਹਾਂ ਕਿਵੇਂ? ਹੂੰ ਅਜੇ ਤਾਂ ਰਾਤ ਦਾ ਮਤਲਬ 1 ਵਜੇ। ਹੂੰ ਉਹ ਕਹਿੰਦਾ ਮਾਂ ਮੈਂ ਕੁੱਕੜ ਦੀ ਬਾਂਗ ਨਾ ਆਉਣਾ ਹੈ। ਕੁੱਕੜ ਨੇ ਬਾਂਗ ਦੇਤੀ, ਮੈਂ ਉੱਠ ਕੇ ਧੋਤੀ ਚੱਕੀ ਤੇ ਮੈਂ ਇੱਧਰ ਤੁਰ ਪਿਆ। ਹੂੰ ਉਹ ਕਹਿੰਦੀ ਓਹੋ, ਜਦੋਂ ਘਰੇ ਨਿਗਾਹ ਮਾਰੀ ਕਹਿੰਦੀ ਜਾ ਭੱਜਿਆ, ਤੇਰੇ ਘਰ ਨੂੰ ਚੋਰ ਲੱਗੇ ਆ, ਹੂੰ ਪਰ ਪਿੱਛਾ ਭੌਂਕੇ ਨਾ ਝਾਂਕੀ, ਹੂੰ ਉੱਡ ਜਾ। ਹੂੰ ਜਦੋਂ ਘਰੇ ਆਇਆ ਤੇ ਕੁੜੀ ਬੈਠੀ ਬਾਹਰ 'ਚ, ਹੂੰ ਕੁੜੀ ਬਾਹਰ 'ਚ ਬੈਠੀ ਤੇ ਗਾਂ ਮਤਲਬ ਗੌਤਮ ਦਾ ਰੂਪ ਧਾਰਿਆ ਵਾ ਇੰਦਰ ਦਾ, ਹੂੰ ਤੇ ਇਹ ਦੋਨੇ ਅੰਦਰ ਪਏ। ਹੂੰ ਜਦੋਂ ਪਤਾ ਲੱਗ ਗਿਆ ਵੀ ਗੌਤਮ ਆ ਗਿਆ ਹੂੰ ਤਾਂ ਉਹਨੇ ਦੇਖਿਆ, ਹੂੰ ਦੇਖ ਕੇ ਉਹ ਕਹਿੰਦੀ ਓਹੋ ਵੀ ਤੂੰ ਮਤਲਬ ਬੇਵਫਾ ਆਹ ਤੂੰ। ਹੂੰ ਉਹ ਕਹਿੰਦੀ ਮਹਾਰਾਜ ਤੁਹਾਡਾ ਸਰੂਪ ਸੀ, ਮੈਂ ਇਹ ਕੀ ਕਰਦੀ ਹੂੰ ਹੈ। ਹੂੰ ਹੁਣ ਗੌਤਮ 2 ਹੋ ਗਏ, ਹੂੰ ਜਦੋਂ 2 ਹੋ ਗਏ ਉਹ ਵੇਖਦਾ ਹੈ, ਵੇਖ ਕੇ ਉਹ ਕਹਿੰਦੇ ਵੀ ਚੰਗਾ ਤੇਰਾ ਜਿਹੜਾ ਅਸਲੀ ਪਤੀ ਉਹਨੂੰ ਹੱਥ ਲਾ ਦੇ। ਹੂੰ ਜਦੋਂ ਉਹ ਅਸਲੀ ਪਤੀ ਨੂੰ ਹੱਥ ਲਾਤਾ ਵੀ ਮੇਰੇ ਪਤੀ ਦੇ ਕੱਪੜੇ ਗਿੱਲੇ ਹੋਣਗੇ, ਨਦੀ ਤੋਂ ਆਇਆ, ਹੂੰ ਉਹਨੇ ਗਿੱਲੇ ਕੱਪੜੇ ਵੇਖ ਕੇ ਉਹਨੂੰ ਹੱਥ ਲਾਤਾ ਆਪਦੇ ਅਸਲੀ ਪਤੀ ਨੂੰ। ਹੂੰ ਜਦੋਂ ਅਸਲੀ ਪਤੀ ਨੂੰ ਹੱਥ ਲਾਤਾ ਤੇ ਉਹਨੇ ਜਿਉਂ ਚੱਕੀ ਮਤਲਬ ਛਾਲ ਤੇ ਦੋਨੇ ਉੱਡ ਗਏ। ਦੋਨੇ ਉੱਡ ਗਏ ਤੇ ਇੱਕ ਗਿੱਲੀ ਧੋਤੀ ਦਾ ਫਰ ਵੱਜਿਆ, ਫਰ ਤੇ ਵੱਜਿਆ ਇਹਦੇ ਚੰਦਰਮਾ ਦੇ। ਹੂੰ ਚੰਦਰਮਾ ਦੇਖ ਲਿਓ ਸਾਫ਼ ਨਹੀਂ ਹੈ, ਉਹਦੇ ਵਿੱਚ ਮੈਲ ਵਿਚਾਲੇ ਜਿਹੜੀ ਹੈਗੀ ਹੈ ਹੂੰ ਉਹ ਗੌਤਮ ਦਾ ਲੜ ਵੱਜਿਆ ਵਾ। ਹੂੰ ਜਦੋਂ ਉਹਨੇ
ਮਤਲਬ ਉੱਡ ਗਏ। ਹੂੰ ਉੱਡ ਗਏ ਤਾਂ ਹੁਣ ਘਰਾਂ ਵਾਲੀ ਨੂੰ ਸਜ਼ਾ ਦਿੰਦਾ ਹੈ। ਹੂੰ ਕਹਿੰਦਾ ਜਾ ਸਿਲ ਪੱਥਰ ਹੋ ਜਾਏਗੀ। ਹੂੰ ਉਹ ਕਹਿੰਦੀ ਮਹਾਰਾਜ ਵੀ ਤੁਹਾਡਾ ਰੂਪ ਸੀ, ਹੂੰ ਮੈਂ ਕਿਵੇਂ ਜਵਾਬ ਦਿੰਦੀ ਹੂੰ ਵੀ ਹੁਣ। ਉਹ ਕਹਿੰਦਾ ਨਾ ਨਾ ਮੈਨੂੰ ਬਖਸ਼ੋ। ਹੂੰ ਉਹ ਕਹਿੰਦਾ ਵੀ ਬਿਲਕੁਲ ਨਹੀਂ ਬਖਸ਼ੀ ਜਾਣੀ, ਹੂੰ ਦੂਸਰਾ ਬਚਨ ਹੈ ਜਾ ਸਿਲ ਪੱਥਰ ਹੋ ਜਾਏਗੀ। ਹੂੰ ਉਹ ਕਹਿੰਦੀ ਮਹਾਰਾਜ ਅਜੇ ਵੀ ਬਖਸ਼ ਦੇ। ਹੂੰ ਕਹਿੰਦਾ ਬਸ ਬਖਸ਼ਤੀ, ਮੈਂ ਤੁਹਾਡੇ ਨਾਲ ਧਰਮ ਪਤਨੀ ਇੰਨਾ ਚਿਰ ਤੁਹਾਡਾ ਪਤਨੀ ਦਾ ਰੂਪ ਨਿਭਾਇਆ ਹੂੰ ਵੀ ਮੈਨੂੰ ਬਖਸ਼ੋ। ਹੂੰ ਪਹਿਲਾਂ ਕੁੜੀ ਨੂੰ ਮਤਲਬ ਸਜ਼ਾ ਦਿੱਤੀ ਹੂੰ ਵੀ ਜਾ ਕੁਆਰੀ ਬੱਚਾ ਜੰਮੇਗੀ, ਜਿਹਨੇ ਮਾਂ ਦੀ ਰੱਖੀ ਆ। ਹੂੰ ਕੁੜੀ ਨੂੰ ਸਜ਼ਾ ਦੇਤੀ। ਮੁੜ ਕੇ ਕੁੜੀ ਤੁਰ ਗਈ ਇੱਥੋਂ ਘਰੋਂ। ਹੂੰ ਤਾਂ ਗੌਤਮ ਰਿਖੀ ਆਪਦੀ ਨਾਰੀ ਨੂੰ ਕਹਿੰਦਾ ਜਾ ਸਿਲ ਪੱਥਰ ਹੋ ਜਾਏਗੀ, ਜਿੱਥੇ ਚਰਸਤਾ ਆਊਗਾ ਉੱਥੇ ਸਿਲ ਪੱਥਰ ਹੋ ਜਾਏਗੀ। ਹੂੰ ਜਦੋਂ ਭਾਈ ਸਿਲ ਪੱਥਰ ਦਾ ਦੇਤਾ, ਜਦੋਂ ਚਰਸਤੇ ਚ ਆਈ, ਹੂੰ ਚਰਸਤੇ ਚ ਆਣ ਕੇ ਤੇ ਨਾਲ ਦੀ ਨਾਲ ਦੇ ਸਿਲ ਪੱਥਰ ਹੋਊਗੀ। 350 ਮਣ ਦੀ ਕੀਟੀ ਬਣ ਗਈ। ਤੈਨੂੰ ਕੋਈ ਚੱਕੂਗਾ ਨਹੀਂ, ਹੂੰ ਠੇਡੇ ਮਾਰ ਕੇ ਲੋਕ ਲੰਘਿਆ ਕਰਨਗੇ ਤੇਰੇ। ਹੂੰ ਕਹਿੰਦੀ ਵੀ ਓਹੋ ਮੈਨੂੰ ਐਡੀ ਭੈੜੀ ਸਜ਼ਾ ਦੇਤੀ। ਹੂੰ ਜਦੋਂ ਐਡੀ ਭੈੜੀ ਸਜ਼ਾ ਦੇਤੀ ਤਾਂ ਇੱਕ ਦਿਨ ਪੀਰ ਆਇਆ। ਹੂੰ ਪੀਰ ਤੇ ਦਾਨੀ ਉੱਡੇ ਜਾਂਦੇ ਆ, ਹੂੰ ਉੱਡੇ ਜਾਂਦੇ ਆ। ਉਹ ਕਹਿੰਦਾ ਮਹਾਰਾਜ ਦਾਨੀਆਂ ਦੀ ਹੂੰ ਕਹਿੰਦੀ ਜੇ ਕਿਤੇ ਇਹਨੂੰ ਮਤਲਬ ਤੁਸੀਂ ਤਾਰੋ। ਹੂੰ ਕਹਿੰਦਾ ਦਾਨੀ ਇਹਨੇ ਆਪਦੇ ਪਤਨੀ ਨਾਲ ਬੇਵਫਾ ਕਮਾਈ ਆ, ਹੂੰ ਇਹ ਤਾਰਨ ਦੇ ਯੋਗ ਨਹੀਂ। ਹੂੰ ਕਹਿੰਦੀ ਨਹੀਂ ਮਹਾਰਾਜ ਇਹਦਾ ਗੁਨਾਹ ਕੋਈ ਨਹੀਂ ਸੀ। ਹੂੰ ਕਹਿੰਦਾ ਤੈਨੂੰ ਕੀ ਪਤਾ ਹੈ ਹੈਂ? ਕਹਿੰਦੀ ਮੈਨੂੰ ਤੇਰੇ ਨਾਲ 7 ਜਨਮ ਹੋ ਗਏ ਰਹਿੰਦੇ ਨੂੰ, ਹੂੰ ਮੈਨੂੰ ਕੀ ਨਹੀਂ ਪਤਾ, ਤੇਰੇ ਬਾਰੇ ਕੀ ਨਹੀਂ ਪਤਾ, ਹੂੰ ਸ੍ਰਿਸ਼ਟੀ ਬਾਰੇ ਕੀ ਨਹੀਂ ਪਤਾ। ਹੂੰ ਮੈਨੂੰ 7 ਜਨਮ ਹੋ ਗਏ ਤੇਰੇ ਨਾਲ ਫਿਰਦੀ ਨੂੰ, ਹੂੰ ਮੈਨੂੰ ਸਾਰਾ ਪਤਾ ਹੈ ਹੂੰ ਵੀ ਇਹਦਾ ਗੁਨਾਹ ਕੋਈ ਨਹੀਂ। ਹੂੰ ਕਹਿੰਦਾ ਵੀ ਗੁਨਾਹ ਕਿਵੇਂ? ਕਹਿੰਦੀ ਪਤੀ ਦਾ ਰੂਪ ਧਾਰਿਆ ਸੀ, ਪਤੀ ਦੀ ਇੱਛਾ ਸੀ ਹੈਂ, ਹੂੰ ਤੇ ਪਤਨੀ ਜਵਾਬ ਕਿਵੇਂ ਦਿੰਦੀ ਹੈ ਹੂੰ ਹੈਂ? ਜੇ ਜਵਾਬ ਵੀ ਦਿੰਦੀ ਹੈ ਤਾਂ ਕਿਸੇ ਤਰੀਕੇ ਨਾਲ ਦਿੰਦੀ ਹੈ, ਹੂੰ ਨਹੀਂ ਜਵਾਬ ਨਹੀਂ ਦੇ ਸਕਦੀ। ਹੂੰ ਕਹਿੰਦਾ ਵੀ ਇਹ ਵੀ ਤੇਰੀ ਗੱਲ ਠੀਕ ਹੈ। ਕਹਿੰਦਾ ਉਹ ਕਹਿੰਦਾ ਵੀ ਗੱਲ ਹੀ ਨਹੀਂ, ਇਹਨੂੰ ਤਾਰੋ, ਹੂੰ ਕਿਵੇਂ ਕਰੋ ਕਿਵੇਂ ਨਾ ਕਰੋ। ਠੀਕ ਹੈ। ਕਹਿੰਦਾ ਰਾਜਾ ਪਿਰਥੀ ਇਹਨੂੰ ਸਭਾ ਚਲ ਜਾਊਗਾ ਹੂੰ ਬੱਗੀ ਤੇ, ਹੂੰ ਬੱਗੀ ਤੇ ਰਾਜਾ ਪਿਰਥੀ ਚੱਕੂਗਾ ਇਹਨੂੰ, ਤੇ ਸਭਾ 'ਚ ਰਾਜਾ ਪਿਰਥੀ ਇਹਨੂੰ ਚੱਕ ਕੇ ਹੂੰ ਤਾਂ ਇਹਨੂੰ ਸਭਾ 'ਚੋਂ ਮਤ ਲੜਾਊਗਾ। ਹੂੰ ਜਦੋਂ ਭਾਈ ਸਭਾ 'ਚੋਂ ਚੱਕ ਕੇ ਉਹਨੇ ਸਿੱਟੀ, ਹੂੰ ਸਿੱਟੀ ਤਾਂ ਉਹਨੇ ਵੇਖ ਉਹ ਕਹਿੰਦੀ ਓਹੋ ਹਾਏ ਲੱਕ ਟੁੱਟ ਗਿਆ। ਹੂੰ ਕਹਿੰਦਾ ਭੈਣ ਉਹ ਗਿਟੀ ਬੋਲਦੀ ਹੈ ਹੂੰ ਹੈਂ? ਗਿਟੀ ਬੋਲਦੀ ਹੈ? ਹਾਂ ਮਹਾਰਾਜ ਗਿਟੀ ਬੋਲਦੀ ਹੈ। ਹੂੰ ਫਿਰ ਮਤਲਬ ਹਲੂਣ ਆ, ਹੂੰ ਹਲੂਣ ਕੇ ਉਹਨੂੰ ਉਹ ਕਹਿੰਦੀ ਹਾਏ। ਕਹਿੰਦਾ ਕੀ ਗੱਲ ਆ? ਕਹਿੰਦੀ ਲੱਕ 'ਚ ਦਰਦ ਹੁੰਦਾ। ਉਹ ਕਹਿੰਦਾ ਭੈਣ ਦੇ ਉਹ ਗਿਟੀ 'ਚ ਦਰਦ ਹੁੰਦਾ ਲੱਕ 'ਚ। ਹੂੰ ਕਹਿੰਦੀ ਕਿਤੇ ਤੂੰ ਰਾਜਾ ਪਿਰਥਰੀ ਤਾਂ ਨਹੀਂ? ਕਹਿੰਦਾ ਹਾਂ ਹੈ ਤਾਂ ਮੈਂ ਰਾਜਾ ਪਿਰਥਰੀ। ਕਹਿੰਦਾ ਫਿਰ ਚੱਕ ਕੇ ਮੈਨੂੰ ਖਮੂਹੀ ਤੇ ਸਾਰੀ ਸੰਸਾਰ 'ਚ ਵੰਡ। ਹੂੰ ਜਦੋਂ ਫੇਰ ਸਾਰੀ ਸੰਸਾਰ 'ਚ ਉਹ ਵੰਡੀ ਸੀ। ਲਓ ਕਿਤੇ ਟਿੱਬਾ ਬਣ ਗਿਆ, ਕਿਤੇ ਟਿੱਬੀ ਬਣ ਗਈ, ਰਾਜਸਥਾਨ 'ਚ ਵੱਧ ਡਿੱਗ ਪਈ।